ਅੱਜ ਦੀ ਇਸ ਗੱਲਬਾਤ ਦੇ ਲਈ ਮੈਂ ਤੁਹਾਡੇ ਨਾਲ ਜੁੜ ਚੁੱਕਾ। ਮੇਰਾ ਨਾਮ ਹੈ ਪਵਨਪ੍ਰੀਤ ਸਿੰਘ। ਜੋ ਗੱਲਬਾਤ ਅਸੀਂ ਸ਼ੁਰੂ ਕਰਨ ਲੱਗੇ ਹਾਂ ਉਹ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜੋ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ, ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਿਹੜੇ ਉਹਨਾਂ ਦੇ ਸਪੁੱਤਰ ਸਨ, ਜੋ ਦਰਬਾਰ ਸਾਹਿਬ ਦੇ ਵਿੱਚ ਤੀਜੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ। ਭਾਈ ਅਮਰੀਕ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ, ਜਦੋਂ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜਨਰਲ ਸ਼ਪੇਗ ਸਿੰਘ, ਬਾਬਾ ਅਥਾਰਾ ਸਿੰਘ ਅਤੇ ਹੋਰ ਸਿੰਘਾਂ ਦੇ ਸਮੇਤ ਜੂਝਦੇ ਹੋਏ ਸ਼ਹੀਦ ਹੋਏ। ਇਸ ਵੇਲੇ ਜਿਹੜੀ ਸ਼ਖਸੀਅਤ ਮੇਰੇ ਨਾਲ ਆ, ਉਹਨਾਂ ਦਾ ਨਾਮ ਹੈ ਭਾਈ ਮਨਜੀਤ ਸਿੰਘ। ਭਾਈ ਮਨਜੀਤ ਸਿੰਘ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਛੋਟੇ ਸਪੁੱਤਰ ਹਨ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਭਰਾ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੰਮਾ ਸਮਾਂ ਪ੍ਰਧਾਨ ਰਹੇ। ਇਸ ਵੇਲੇ ਪੰਜਾਬ ਦੇ ਇਲਾਕਾ ਭਿੱਖੀਵਿੰਡ ਤੋਂ ਮੌਜੂਦਾ ਮੈਂਬਰ ਸ਼੍ਰੋਮਣੀ ਕਮੇਟੀ ਹਨ। ਮੈਂ ਗੱਲਬਾਤ ਦੇ ਵਿੱਚ ਉਹਨਾਂ ਨੂੰ ਸੱਦਾ ਦਿਆਂ ਅਤੇ ਸੱਦੇ ਦੇ ਰੂਪ ਦੇ ਵਿੱਚ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਂਦਾ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਜੀ ਤੁਹਾਡਾ ਇਸ ਗੱਲਬਾਤ ਦੇ ਵਿੱਚ। ਧੰਨਵਾਦ ਜੀ ਤੁਹਾਡਾ, ਜਿਹੜਾ ਤੁਸੀਂ ਇਹਨੇ ਆਪਣੀ ਖੇਚਲ ਕਰਕੇ ਆਏ ਹੋ, ਧੰਨਵਾਦ ਤੁਹਾਡਾ। ਭਾਈ ਸਾਹਿਬ, ਅੱਜ ਜਿਹੜੀ ਗੱਲਬਾਤ ਦੀ ਸ਼ੁਰੂਆਤ ਅਸੀਂ ਕਰਨ ਲੱਗੇ ਹਾਂ ਉਹ ਆ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ, ਤੁਹਾਡੇ ਪਿਤਾ ਜੀ ਬਾਰੇ। ਸਿੱਖ ਸੰਗਤ ਨੂੰ ਦੱਸਦੇ ਹਾਂ, ਸਾਨੂੰ ਸੁਣਨ ਵਾਲਿਆਂ ਨੂੰ, ਕਿ ਜਦੋਂ ਤੁਸੀਂ ਕਿਤੇ ਅੱਜ ਦੇ ਸਮੇਂ 'ਚ ਸੰਘਰਸ਼ ਦੀ ਗੱਲ ਕਰਦੇ ਹੋ, ਗੱਲ ਸੁਣਦੇ ਹੋ, ਅਤੇ ਜੇਕਰ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਆਉਂਦਾ, ਆਪਾਂ ਜਾਣਦੇ ਹਾਂ ਕਿ 1978 ਦੀ ਖੂਨੀ ਵਿਸਾਖੀ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਨੇ ਜਿਹੜਾ ਸੰਘਰਸ਼ ਆਰੰਭਿਆ, ਉਹ ਅੱਜ ਵੀ ਕਿਸੇ ਨਾ ਕਿਸੇ ਰੂਪ 'ਚ ਪੜਾਅ ਦਰ ਪੜਾਅ ਜਾਰੀ ਆ, ਜਿਹਦੇ ਵਿੱਚ ਸਿੱਖਾਂ ਨੇ ਵੱਡੇ ਰੂਪ ਦੇ ਵਿੱਚ ਜਿਹੜਾ ਸਿੱਖ ਜੂਝੇ, ਸਿੱਖਾਂ ਨੇ ਜੇਲ੍ਹਾਂ ਕੱਟੀਆਂ, ਤਸ਼ੱਦਦ ਸਹੇ। ਸੋ ਅਜਿਹੀਆਂ ਗੱਲਾਂ ਜਦੋਂ ਆਉਂਦੀਆਂ ਤਾਂ ਇੱਕ ਸਵਾਲ ਪੈਦਾ ਹੁੰਦਾ ਕਿ ਸੰਤ ਜਰਨੈਲ ਸਿੰਘ ਜੀ ਜਦੋਂ 1978 ਦੇ ਵਿੱਚ ਇਸ ਰੂਪ ਦੇ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਇੱਕ ਸੂਰਜ ਵਾਂਗ ਚਮਕੇ, ਅਤੇ ਉਹਨਾਂ ਦੇ ਪਿਛੋਕੜ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਖਸ਼ਿਆ ਹੋਇਆ ਬਲ ਸੀ, ਪਰ ਨਾਲ ਹੀ ਜਥੇਬੰਦਕ ਤੌਰ 'ਤੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜਿਹੜੀ ਘਾਲ ਕਮਾਈ ਸੀ ਨਾ, ਉਹਦੇ ਬਾਰੇ ਗੱਲ ਅੱਜ ਅਸੀਂ ਕਰ ਰਹੇ ਹਾਂ। ਇਸ ਕਰਕੇ ਕਰ ਰਹੇ ਹਾਂ ਕਿ ਜਿਹੜੇ ਬੰਦੇ ਪੁਰਾਣੀ ਉਮਰ ਦੇ ਆ, ਸਾਡੇ ਭੈਣ ਭਰਾ ਹੋਣ ਜਿਹੜੇ ਅਧਖੜ ਉਮਰ ਦੇ, ਉਹ ਸਾਰੀ ਗੱਲ ਨੂੰ ਜਾਣਦੇ ਆ। ਜਿਹੜੀ ਨਵੀਂ ਪੀੜ੍ਹੀ ਆ, ਉਹਨਾਂ ਨੂੰ ਉਸ ਗੱਲ ਦਾ ਬਹੁਤਾ ਨਹੀਂ ਪਤਾ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਕੀ ਭੂਮਿਕਾ ਪੰਜਾਬ ਦੀ ਧਰਤੀ ਦੇ ਵਿੱਚ ਸਿੱਖੀ ਪ੍ਰਚਾਰ ਬਾਰੇ, ਉਸ ਸਮੇਂ ਦੀ ਜਿਹੜੀ ਰਾਜਸੀ ਤਾਕਤ ਪੰਜਾਬ ਦੀ ਧਰਤੀ ਨੂੰ, ਸਿੱਖਾਂ ਨੂੰ ਪ੍ਰਭਾਵਿਤ ਕਰ ਰਹੀ ਸੀ, ਉਸ ਦੇ ਸੰਬੰਧ ਵਿੱਚ ਸੰਤਾਂ ਨੇ ਕੀ ਭੂਮਿਕਾ ਨਿਭਾਈ, ਉਹ ਸਾਰੀਆਂ ਗੱਲਾਂ ਕੋਸ਼ਿਸ਼ ਕਰਾਂਗੇ। ਕਿਤੇ ਕੁਛ ਗੱਲਾਂ ਸੰਖੇਪ ਵੀ ਹੋਣਗੀਆਂ, ਕਿਤੇ ਵਿਸਥਾਰ ਵੀ ਹੋਊਗਾ। ਸੋ ਅੱਜ ਜਿਹੜੀ ਗੱਲ ਆ, ਸ਼ੁਰੂ ਦੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਬਾਰੇ ਕਰਾਂਗੇ, ਅਤੇ ਨਾਲ ਦੀ ਨਾਲ ਸ਼ਹੀਦ ਭਾਈ ਅਮਰੀਕ ਸਿੰਘ ਜੀ ਬਾਰੇ ਵੀ ਆਪਾਂ ਗੱਲ ਕਰਾਂਗੇ। ਸੋ ਮੈਂ ਭਾਈ ਮਨਜੀਤ ਸਿੰਘ ਹੁਣਾਂ ਤੋਂ ਜਿਹੜਾ ਮੁੱਢਲਾ ਸਵਾਲ ਆ ਉਹ ਇਹੀ ਆ ਕਿ ਤੁਸੀਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸੋ। ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਪਿਤਾ ਜੀ ਅਤੇ ਉਹਨਾਂ ਦੇ ਮਾਤਾ ਜੀ ਤੋਂ ਆਪਾਂ ਗੱਲ ਸ਼ੁਰੂ ਕਰੀਏ, ਅਤੇ ਆਪਣੇ ਨਗਰ ਦੀ ਗੱਲ ਦੱਸੋ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜੋ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ, ਉਹਨਾਂ ਦੇ ਸਤਿਕਾਰਯੋਗ ਪਿਤਾ ਔਰ ਮੇਰੇ ਸਤਿਕਾਰਯੋਗ ਦਾਦਾ ਜੀ ਜਥੇਦਾਰ ਝੰਡਾ ਸਿੰਘ ਜੀ, ਔਰ ਮੇਰੇ ਸਤਿਕਾਰਯੋਗ ਦਾਦੀ ਜੀ ਮਾਤਾ ਲਾਭ ਕੌਰ ਜੀ, ਔਰ ਸਾਡਾ ਪਿੰਡ ਜਿਹੜਾ ਹੈ ਉਹ ਖੇਮਕਰਨ ਦੇ ਲਾਗੇ ਕਸੂਰ ਤਹਿਸੀਲ ਵਿੱਚ ਪਹਿਲਾਂ ਪੈਂਦਾ ਸੀ, ਔਰ ਸਾਡਾ ਪਹਿਲਾ ਜਿਹੜਾ ਜ਼ਿਲ੍ਹਾ ਸੀ ਉਹ ਲਾਹੌਰ ਜ਼ਿਲ੍ਹਾ ਸੀ। ਔਰ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਾਡਾ ਜਿਹੜਾ ਪਿੰਡ ਸੀ ਉਹ ਬਿਲਕੁਲ ਬਾਰਡਰ ਦੇ ਹਿੰਦੁਸਤਾਨ ਵਾਲੇ ਪਾਸੇ ਆ ਗਿਆ ਸੀ। ਔਰ ਮੇਰੇ ਸਤਿਕਾਰਯੋਗ ਦਾਦਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਕਸੂਰ ਜਿਹੜੀ ਉਸ ਟਾਈਮ 'ਤੇ ਤਹਿਸੀਲ ਸੀ ਉਹਦੇ ਜਥੇਦਾਰ ਸਨ, ਔਰ ਬਹੁਤ ਅੰਮ੍ਰਿਤਧਾਰੀ, ਪਰਪੱਕ ਸਿੱਖ ਔਰ ਦ੍ਰਿੜਤਾ ਵਾਲੇ, ਔਰ ਅੰਗਰੇਜ਼ਾਂ ਦੇ ਟਾਈਮ ਦੇ ਜਿਨ੍ਹਾਂ ਨੇ ਉਸ ਸਮੇਂ ਦੇ ਜਿਹੜੇ ਹੈਗੇ ਸੀ ਹਾਕਮ ਸੀ, ਜਦੋਂ ਕੋਈ ਠਿਕਰੀ ਪਹਿਰਾ ਚੱਲਦਾ ਹੁੰਦਾ ਸੀ, ਅਤੇ ਜੇ ਕੋਈ ਠਿਕਰੀ ਪਹਿਰੇ ਨੂੰ ਹਟਾਉਣ ਦਾ ਮਾਣ ਸੀ ਤਾਂ ਉਹ ਮੇਰੇ ਸਤਿਕਾਰਯੋਗ ਦਾਦਾ ਜੀ ਨੂੰ ਪ੍ਰਾਪਤ ਸੀ, ਕਿਉਂਕਿ ਉਹਨੇ ਉਸ ਟਾਈਮ ਦਾ ਜਿਹੜਾ SHO ਸੀ, ਜਦੋਂ ਉਹਨੇ ਆਣ ਕੇ ਸਾਡੇ ਬੂਹੇ ਦੇ ਅੱਗੇ ਗੱਲ ਕਹੀ ਕਿ ਜਥੇਦਾਰ ਝੰਡਾ ਸਿੰਘ ਜੀ ਉੱਠ ਕੇ ਅਤੇ ਠਿਕਰੀ ਪਹਿਰਾ ਦਿਓ, ਉਹਨਾਂ ਨੇ ਗੱਲ ਕਹੀ ਕਿ ਜਿਹੜਾ ਪਟਾ ਪਾਇਆ ਹੁੰਦਾ ਕਿਸੇ ਨੂੰ, ਆਪਾਂ ਜਿਹੜਾ ਕੋਈ ਪਾਲਤੂ ਚੀਜ਼ ਰੱਖੀ ਉਹਨੂੰ ਪਟਾ ਵੀ ਆਪਾਂ ਪਾ ਕੇ ਰੱਖਦੇ ਹਾਂ, ਅਤੇ ਪਟਾ ਤਾਂ ਤੁਹਾਡੇ ਗਲ 'ਚ ਪਿਆ, ਤਨਖਾਹਾਂ ਤੁਸੀਂ ਲੈਂਦੇ ਹੋ, ਅਸੀਂ 10-9 ਦੀ ਕਿਰਤ ਕਰਨ ਵਾਲੇ ਬੰਦੇ ਜਿਹੜੇ ਆ ਨਾ ਠਿਕਰੀ ਪਹਿਰਾ ਦੇ ਸਕਦੇ ਆ, ਨਾ ਲਾਈਨ 'ਤੇ ਜਾ ਕੇ ਪਹਿਰਾ ਦੇ ਸਕਦੇ ਹਾਂ। ਅਤੇ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਇੱਕ ਠੰਡਦਾਰ ਨੂੰ ਵੀ ਇਸੇ ਕਰਕੇ ਉਹਨਾਂ ਨੂੰ ਕੁੱਟਣਾ ਪਿਆ ਸੀ ਕਿ ਉਹ ਪਿੰਡ 'ਚ ਆਣ ਕੇ ਅਤੇ ਸ਼ਰਾਬ ਪੀ ਕੇ ਖਰਮਸਤੀਆਂ ਕਰਦਾ ਸੀ,
ਤੇ ਨਾਲ ਦੀ ਨਾਲ ਠਿਕਰੀ ਪਹਿਰਾ ਤੇ ਪਿੰਡ ਦਾ ਜਿਹੜਾ ਪਹਿਰਾ ਦੇਣ ਵਾਸਤੇ ਤੇ ਜਿਹੜੀ ਲਾਈਨ ਦੇ ਵਿੱਚ ਪਹਿਰਾ ਦੇਣ ਵਾਸਤੇ ਰੇਲ ਗੱਡੀ ਦੀ ਲਾਈਨ 'ਤੇ ਉਹ ਪਿੰਡ ਵਾਲਿਆਂ ਨੂੰ ਮਜਬੂਰ ਕਰਨਾ ਸੀ। ਤੇ ਉਹਦੇ ਕਰਕੇ ਮੇਰੇ ਸਤਿਕਾਰਯੋਗ ਦਾਦਾ ਜੀ ਨੇ ਬੜੀ ਹਿੰਮਤ, ਦਲੇਰੀ ਤੇ ਜੁਰਤ ਨਾਲ, ਔਰ ਸਾਰੇ ਪਿੰਡ ਨੇ ਇਹ ਗੱਲ ਕਹੀ ਕਿ ਜੇ ਜਥੇਦਾਰ ਝੰਡਾ ਸਿੰਘ ਪਹਿਰਾ ਦੇਣਗੇ ਤਾਂ ਫਿਰ ਅਸੀਂ ਦਿਆਂਗੇ। ਉਹਨਾਂ ਨੇ ਕਿਹਾ ਨਹੀਂ, ਇਹ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਪਹਿਰਾ ਦੇਣਾ ਹੈ, ਤੁਸੀਂ ਤਨਖਾਹਾਂ ਲੈਂਦੇ ਹੋ ਔਰ ਅਸੀਂ ਦਹਾਨੋਂ ਦੀ ਕਿਰਤ ਕਰਨ ਵਾਲੇ ਹਾਂ। ਔਰ ਇਹ ਇੱਕ ਪਰਪੱਕ ਗੁਰਸਿੱਖ ਔਰ ਗਾਂਹ ਵਧੂ ਸੋਚ ਦੇ ਮਾਲਕ ਸਨ ਜਥੇਦਾਰ ਝੰਡਾ ਸਿੰਘ ਜੀ। ਇਸ ਤੋਂ ਬਾਅਦ ਫਿਰ ਜਿਹੜੀ ਉਹਨਾਂ ਦੀ ਸ਼ਖਸੀਅਤ ਆ ਉਹਦਾ ਅਸਰ ਉਹਨਾਂ ਦੇ ਸਪੁੱਤਰ ਸੰਤ ਕਰਤਾਰ ਸਿੰਘ ਜੀ ਦੇ ਉੱਤੇ ਪੈਣਾ ਸੰਭਵ ਹੀ ਸੀ। ਤੇ ਸੰਤ ਕਰਤਾਰ ਸਿੰਘ ਜੀ ਹੁਣੀ ਕਿੰਨੇ ਭੈਣ ਭਰਾ ਹੋਏ ਆ? ਉਹ ਸੰਤ ਕਰਤਾਰ ਸਿੰਘ ਜੀ 6 ਭਾਈ ਤੇ 2 ਉਹਨਾਂ ਦੀਆਂ ਭੈਣਾਂ ਸਨ। ਔਰ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਆ ਉਹ ਤੀਸਰੇ ਨੰਬਰ 'ਤੇ ਸਨ। ਔਰ ਛੋਟੇ ਹੁੰਦਿਆਂ ਇਹਨਾਂ ਦੀ ਲਗਨ ਜਿਹੜੀ ਹੈ ਅਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਅਜੇ ਛੋਟੇ ਸਨ। ਅਤੇ ਪਿੰਡ ਦੇ ਜਿਹੜੇ ਸਤਿਕਾਰਯੋਗ ਬਾਬਾ ਬੱਗਾ ਸਿੰਘ ਉਹਨਾਂ ਤੋਂ ਉਹਨਾਂ ਨੇ ਜਿਹੜੀ ਆ ਸੰਥਿਆ ਹਾਸਲ ਕੀਤੀ। ਔਰ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈਣ ਲੱਗ ਪਏ, ਜਦੋਂ ਕਿ ਜੋ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਅਤੇ ਪੂਰੀ ਚੰਗੀ ਤਰ੍ਹਾਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵੀ ਦਿਸਦਾ ਵੀ ਨਹੀਂ ਸੀ। ਅਤੇ ਪਰ ਉਦੋਂ ਤੋਂ ਲੈ ਕੇ ਹੀ ਉਹਨਾਂ ਦਾ ਜਿਹੜਾ ਰੁਝਾਨ ਸੀ ਉਹ ਗੁਰੂ ਘਰ ਨਾਲ ਜੁੜ ਗਿਆ। ਔਰ ਛੋਟੀ ਉਮਰ 'ਚ ਹੀ ਉਹਨਾਂ 5 ਬਾਣੀਆਂ ਬਾਬਾ ਬੱਗਾ ਜੀ ਸਿੰਘ ਜੀ ਤੋਂ ਸਿੱਖੀਆਂ। ਔਰ ਨਾਲ ਦੀ ਨਾਲ ਹੀ ਉਸ ਸਕੂਲ ਦੀ ਵਿੱਦਿਆ ਵੀ ਜਿਹੜੀ ਹੈ ਉਹ ਵੀ ਪ੍ਰਾਪਤ ਕਰਦੇ ਸਨ। ਉਹਨਾਂ ਨੇ ਜਿਹੜਾ ਮਿਡਲ ਤੱਕ ਦੀ ਪੜ੍ਹਾਈ ਜਿਹੜੀ ਸੀ ਉਹ ਖੇਮਕਰਨ ਸਕੂਲ ਤੋਂ ਕੀਤੀ ਸੀ। ਅਤੇ ਜਿਹੜੀ ਉਹਨਾਂ ਨੇ 10ਵੀਂ ਤੱਕ ਦੀ ਪੜ੍ਹਾਈ ਹੈ ਉਹ ਨੈਸ਼ਨਲ ਹਾਈ ਸਕੂਲ ਭਿੱਖੀਵਿੰਡ ਤੋਂ ਕੀਤੀ। ਔਰ ਉਸ ਤੋਂ ਬਾਅਦ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਆ ਗਏ। ਅਤੇ ਖਾਲਸਾ ਕਾਲਜ ਅੰਮ੍ਰਿਤਸਰ ਉਸ ਟਾਈਮ 'ਤੇ FA ਚੱਲਦੀ ਹੁੰਦੀ ਸੀ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਉਸ ਟਾਈਮ 'ਤੇ FA ਜਿਹੜੀ ਸੀ ਉਹ ਬਹੁਤ ਚੰਗੇ ਨੰਬਰਾਂ ਵਿੱਚ ਜਿਹੜੀ ਉਹ ਪਾਸ ਕਰ ਲਈ। ਔਰ ਇਸੇ ਹੀ ਦੌਰਾਨ ਉਹਨਾਂ ਦਾ ਜਿਹੜਾ ਸੰਬੰਧ ਸੀ ਨਾ ਉਹ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਇਸ ਕਰਕੇ ਹੋਇਆ ਕਿਉਂਕਿ ਉਹਨਾਂ ਦੇ ਮਾਮਾ ਜੀ ਦੇ ਜਿਹੜੇ ਸਪੁੱਤਰ ਸਨ ਭਗਤ ਉਜਾਗਰ ਸਿੰਘ ਜੀ ਉਹ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਰਹਿੰਦੇ ਸਨ। ਤਾਂ ਉਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਪਿਆ ਔਰ ਉਹਨਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਨੂੰ ਲਿਜਾ ਕੇ ਅਤੇ ਭਿੰਡਰਾਂ ਵਿਖੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਨਾਲ ਜਾ ਕੇ ਤੇ ਮਿਲਾਇਆ। ਸੰਤ ਜਦੋਂ ਵੱਡੇ ਸੰਤਾਂ ਨੂੰ ਮਿਲਦੇ ਆ ਤੇ ਸਕੂਲ ਜਾਂ ਕਾਲਜ ਦੀ ਵਿੱਦਿਆ ਲੈਣ ਦੇ ਸਮੇਂ ਮਿਲਦੇ ਆ? ਹਾਂ, ਉੱਧਰੋਂ ਅਜੇ ਕਾਲਜ ਦੀ ਵਿੱਦਿਆ ਵੀ ਜਿਹੜੀ ਉਹ ਚੱਲ ਰਹੀ ਸੀ। ਅਤੇ ਉਸ ਤੋਂ ਬਾਅਦ ਸੰਤ ਮਹਾਂਪੁਰਸ਼ ਜਿਹੜੇ ਆ ਮੁਕਤਸਰ ਸਾਹਿਬ ਦੇ ਵਿੱਚ ਜਾ ਕੇ ਪਟਵਾਰੀ ਦੀ ਨੌਕਰੀ ਵੀ ਜਿਹੜੀ ਉਹ ਕਰਨ ਲੱਗ ਪਏ ਸਨ। ਅਤੇ ਸੰਤ ਮੁਕਤਸਰ ਸਾਹਿਬ ਵੀ ਜਾਂਦੇ ਹੁੰਦੇ ਸਨ। ਉੱਥੇ ਭਾਈ ਜਗਦੀਸ਼ ਸਿੰਘ ਜੀ ਜਿਨ੍ਹਾਂ ਨਾਲ ਸੰਤਾਂ ਦਾ ਸੰਬੰਧ ਸੀ ਕਿਉਂਕਿ ਗੁਰਦੁਆਰੇ ਸਾਹਿਬ ਆਉਣ ਜਾਣ ਸੀ, ਅਤੇ ਉੱਥੇ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਉੱਥੇ ਵੀ ਸਾਲ ਬਾਅਦ ਜਥਾ ਲੈ ਕੇ ਜਾਂਦੇ ਸਨ ਅਤੇ ਉੱਥੇ ਵੀ ਇਹਨਾਂ ਦਾ ਮੇਲ ਮਿਲਾਪ ਜਿਹੜਾ ਹੋਇਆ। ਲੇਕਿਨ ਜਿਹੜੀ ਇਹਨਾਂ ਦੀ ਜਾਣ ਪਛਾਣ ਬਹੁਤ ਹੀ ਜਾਰੀ ਕਰਾਈ ਸੀ ਉਹ ਭਗਤ ਉਜਾਗਰ ਸਿੰਘ ਜੀ ਜਿਹੜੇ ਉਹਨਾਂ ਕਾਨੇ ਦੇ ਸਨ ਅਤੇ ਇਹਨਾਂ ਦੇ ਭੂਆ ਦੇ ਪੁੱਤ ਸਨ। ਉਹਨਾਂ ਨੇ ਇਹਨਾਂ ਦੀ ਜਾਣ ਪਛਾਣ ਜਿਹੜੀ ਆ ਉਹ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਨਾਲ ਕਰਾਈ ਸੀ। ਅਤੇ ਫਿਰ ਜਦੋਂ ਪਟਵਾਰੀ ਦੀ ਨੌਕਰੀ ਕਰਦੇ ਰਹੇ ਅਤੇ ਪੂਰੀ ਤਰ੍ਹਾਂ ਟਕਸਾਲ 'ਚ ਕਦੋਂ ਚਲੇ ਗਏ? ਉਹ ਸਮਾਂ ਕਦੋਂ ਬਣਿਆ? ਉਹ ਜਦੋਂ ਇਹ ਸੰਤ ਮੁਕਤਸਰ ਗਏ ਸੰਤ ਬਾਬਾ ਗੁਰਬਚਨ ਸਿੰਘ ਜੀ ਤਾਂ ਉੱਥੇ ਉਸ ਟਾਈਮ 'ਤੇ ਮਰੱਬੇਬੰਦੀ ਹੋ ਰਹੀ ਸੀ ਕਿਉਂਕਿ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਬਟਵਾਰਾ ਹੋਇਆ ਸੀ। ਅਤੇ ਕਈ ਲੋਕ ਜਿਹੜੇ ਉਹ ਸੰਤਾਂ ਨੂੰ ਪੈਸੇ ਦੇ ਕੇ ਜ਼ਮੀਨ ਚੰਗੀ ਆਪਣੀ ਥਾਂ 'ਤੇ ਪਾਉਣਾ ਚਾਹੁੰਦੇ ਸੀ। ਸੰਤਾਂ ਨੇ ਉਸੇ ਦਿਨ ਤੋਂ ਅਸਤੀਫਾ ਦਿੱਤਾ। ਉਹਨੇ ਕਿਹਾ ਮੈਂ ਨੌਕਰੀ ਸਰਕਾਰ ਦੀ ਨਹੀਂ, ਮੈਂ ਤਾਂ ਖਾਲਸੇ ਦੀ ਨੌਕਰੀ ਕਰਨੀ ਆ ਅਤੇ ਮੈਂ ਪੈਸੇ ਲੈ ਕੇ ਰਿਸ਼ਵਤ ਨੂੰ ਚੰਗਾ ਨਹੀਂ ਸਮਝਦਾ। ਉਹਨਾਂ ਨੇ 8-9 ਮਹੀਨੇ ਬਾਅਦ ਹੀ ਕਿਉਂਕਿ ਉਦੋਂ ਜਥਾ ਜਿਹੜਾ ਹੈ ਉਹ ਮੁਕਤਸਰ ਆਇਆ ਸੀ ਅਤੇ ਆਪਣਾ ਅਸਤੀਫਾ ਦੇ ਕੇ ਅਤੇ ਉਹ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਨਾਲ ਹੀ ਪੱਕੇ ਤੌਰ 'ਤੇ ਰਹਿਣ ਲੱਗ ਗਏ। ਇੱਥੇ ਫਿਰ 2 ਗੱਲਾਂ ਜੁੜਦੀਆਂ ਕਿ ਤੁਸੀਂ ਵਾਸੀ ਹੋ ਮਾਝੇ ਦੇ, ਤੁਹਾਡਾ ਪਿਛੋਕੜ ਮਾਝੇ ਦਾ, ਸੰਤਾਂ ਨੂੰ ਨੌਕਰੀ ਮੁਕਤਸਰ ਸਾਹਿਬ ਮਿਲੀ ਅਤੇ ਫਿਰ ਉੱਦਾਂ ਕੁਦਰਤੀ ਸੰਤ ਵੀ ਉੱਥੇ ਵੱਡੇ ਆ ਗਏ, ਫਿਰ ਉੱਥੇ ਸਬੱਬ ਹੋ ਗਿਆ ਇੱਦਾਂ? ਵੇਖੋ ਉਹਨਾਂ ਦੀ ਪਹਿਲੀ ਜਿਹੜੀ ਉਹਨਾਂ ਦੀ ਅਪੁਆਇੰਟਮੈਂਟ ਸੀ ਉਹ ਮੁਕਤਸਰ ਪਿੰਡ ਦੇ ਵਿੱਚ ਹੀ ਮੁਕਤਸਰ ਸ਼ਹਿਰ ਦੇ ਵਿੱਚ ਹੋਈ ਸੀ ਲਾਗੇ ਪਿੰਡਾਂ 'ਚ। ਅਤੇ ਨਾਲੇ ਉੱਥੇ ਮਹਾਂਪੁਰਸ਼ ਜਾਂਦੇ ਸਨ। ਨਾਲੇ ਮੈਂ ਭਗਤ ਜੀ ਬਾਰੇ ਵੀ ਤੁਹਾਨੂੰ ਵਿਸਤਾਰ ਸਾਹਿਬ ਦੱਸਿਆ ਨੇ ਕਿ ਉਹਨਾਂ ਨੇ ਵੀ ਇਹਨਾਂ ਦੀ ਜਿਹੜੀ ਸੰਗਤ ਆ ਉਹਨਾਂ ਦੇ ਨਾਲ ਕਰਾਈ। ਭਾਈ ਜਗਦੀਸ਼ ਸਿੰਘ ਨੇ ਵੀ ਇਹਨਾਂ ਦੀ ਸੰਗਤ ਕਰਾਈ ਔਰ ਇਹ ਫਿਰ ਪੱਕੇ ਤੌਰ 'ਤੇ ਜਥਿਆਂ ਵਿੱਚ ਰਹਿਣ ਦਾ ਪਿਆ। ਔਰ ਇਹਨਾਂ ਨੇ ਪੜ੍ਹੇ ਲਿਖੇ ਸਨ ਔਰ ਸੇਵਾ ਨੂੰ ਸਮਰਪਿਤ ਸਨ। ਅਤੇ ਥੋੜ੍ਹੇ ਟਾਈਮ ਦੇ ਵਿੱਚ ਹੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇਹਨਾਂ ਨੇ ਆਪਣਾ ਜਿਹੜਾ ਗੜਵਈ ਸੀ ਉਹ ਰੱਖ ਲਿਆ
ਔਰ ਛੇਤੀ ਹੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਇਹਨਾਂ ਨੇ ਪਹਿਲਾਂ ਹੀ ਸੰਥਿਆ ਕੀਤੀ ਸੀ, ਫਿਰ ਇਹ ਕਥਾ ਜਿਹੜੀ ਸੀ ਉਹ ਵਿਚਾਰਨ ਲੱਗ ਪਏ ਔਰ ਛੇਤੀ ਹੀ ਕਥਾ ਵੀ ਜਿਹੜੀ ਸੀ ਉਹ ਮਹਾਂਪੁਰਸ਼ ਕਰਨ ਲੱਗ ਪਏ ਔਰ ਬਹੁਤ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨੇੜੇ ਹੋ ਗਏ। ਔਰ ਮੈਂ ਸਮਝਦਾ ਹਾਂ ਕਿ ਜਿੰਨੀ ਸੇਵਾ 13 ਸਾਲ ਉਹ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਲ ਰਹੇ, ਕਦੀ ਉਹਨਾਂ ਦੂਜੀ ਆਵਾਜ਼ ਨਹੀਂ ਸੀ ਵੱਜਣ ਦਿੱਤੀ ਕਿ ਉਹਨਾਂ ਨੇ ਕਹਿਣਾ ਕਰਤਾਰ ਸਿੰਘ, ਉਹਨਾਂ ਕਹਿਣਾ ਹਾਂਜੀ। ਔਰ ਸੰਤ ਜੀ ਜਦੋਂ ਪਲੰਘ 'ਤੇ ਲੇਟ ਜਾਂਦੇ ਸਨ ਅਤੇ ਸੰਤ ਆਪਣਾ ਇੱਕ ਥੱਲੇ ਹੀ ਉਹਦੇ ਪਰਨਾ ਵਿਛਾ ਕੇ ਅਤੇ ਉਹਨਾਂ ਦੇ ਪਲੰਘ ਦੇ ਥੱਲੇ ਹੀ ਲੰਮੇ ਪੈ ਜਾਂਦੇ ਸੀ। ਉਹ ਆਉਂਦੇ ਸੀ ਵੀ ਇਹ ਬਜ਼ੁਰਗ ਨੇ, ਪਤਾ ਨਹੀਂ ਕਿਹੜੇ ਵੇਲੇ ਉਹਨਾਂ ਮਹਾਂਪੁਰਸ਼ਾਂ ਨੇ ਮੈਨੂੰ ਸੇਵਾ ਵਾਸਤੇ ਸੱਦ ਲੈਣਾ। ਅਤੇ ਸੰਤਾਂ ਵਿੱਚ ਆਲਸ ਜਿਹੜਾ ਹੈ ਨਾ ਉਹ ਬਿਲਕੁਲ ਨਹੀਂ ਸੀ ਕਿ ਕਿਸੇ ਗੱਲ ਤੋਂ ਉਹਨਾਂ ਦੇ ਦਿਲ 'ਚ ਆਲਸ ਜਾਂ ਨੀਂਦਰਾ ਕੋਈ ਇਹੋ ਜਿਹੀ ਗੱਲ ਹੋਵੇ। ਸੋ ਇਹਨਾਂ 13 ਸਾਲਾਂ ਦੇ ਵਿੱਚ ਹੀ ਉਹ ਆਪਣੇ ਪਿੰਡ ਭੂਰੇ ਜਿਹੜੇ ਸੀ ਨਾ, ਭਾਵੇਂ ਅਸੀਂ ਪਰਿਵਾਰਕ ਤੌਰ 'ਤੇ ਕੋਈ ਬਹੁਤੇ ਜ਼ਿਆਦਾ ਮਾੜੇ ਵੀ ਨਹੀਂ ਸਾਂ ਅਤੇ ਬਹੁਤ ਤਗੜੇ ਜ਼ਿਮੀਂਦਾਰ ਵੀ ਨਹੀਂ ਸੀ, ਲੇਕਿਨ ਉਹਨਾਂ 13 ਵਾਰ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ ਆਪਣੇ ਪਿੰਡ ਖੜਿਆ। ਔਰ ਸਾਡੇ ਪਿੰਡ ਦੇ ਵਿੱਚ ਸੰਯੋਗ ਨਹੀਂ ਸੀ ਸਿੰਘ ਦਿੰਦੇ, ਜਿਸ ਤਰ੍ਹਾਂ ਅੱਜ ਵੀ ਬੜੀਆਂ ਈਰਖਾਂ ਨੇ ਕਈਆਂ ਪਿੰਡਾਂ ਦੇ ਵਿੱਚ। ਲੇਕਿਨ ਮੇਰੇ ਸਤਿਕਾਰਯੋਗ ਚਾਚਾ ਜਗਤਾਰ ਸਿੰਘ ਔਰ ਮੇਰੇ ਸਤਿਕਾਰਯੋਗ ਚਾਚਾ ਦਦਾਰ ਸਿੰਘ ਔਰ ਬਾਪੂ ਹਰਨਾਮ ਸਿੰਘ ਜੀ ਔਰ ਬਾਪੂ ਸ਼ਿੰਗਾਰਾ ਸਿੰਘ ਜੀ ਔਰ ਬਾਪੂ ਸਰਜੀਤ ਸਿੰਘ ਜੀ, ਇਹ 4 ਸਿੰਘ ਸਨ ਜਿਹੜੇ ਸੰਤ ਕਰਤਾਰ ਸਿੰਘ ਨਾਲ, ਕਿਉਂਕਿ 150 ਪੌਣੇ 200 ਦਾ ਜਥਾ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਹੁੰਦਾ ਸੀ। ਫਿਰ ਉਹਨਾਂ ਕੋਲ ਕੋਈ ਗੱਡੀ ਮੋਟਰ ਨਹੀਂ ਸੀ, ਉਹਨਾਂ ਨੂੰ ਜਿਸ ਤਰ੍ਹਾਂ ਪੱਟੀ ਆ ਗਏ, ਪੱਟੀ ਤੋਂ ਅਸੀਂ ਰੇਲ ਗੱਡੀ ਜਿਹੜੀ ਭੂਰੇ ਜਾਂਦੀ, ਉੱਥੋਂ ਗਾ ਗੱਡਾਂ 'ਤੇ ਸਮਾਨ ਲੱਦ ਕੇ ਜਿਹੜਾ ਹੈ ਅਤੇ ਪੋਥੀਆਂ ਲੱਦ ਕੇ ਅਤੇ ਫਿਰ ਉਹ ਪਿੰਡ ਭੂਰੇ ਪਹੁੰਚਦੇ ਸੀ। ਅਤੇ 13 ਵਾਰ ਉਹ ਜਥੇ ਨੂੰ ਆਪਣੇ ਪਿੰਡ ਲੈ ਕੇ ਗਏ। ਅਤੇ ਜਿਹੜੇ ਇੱਕ ਪਾਸੇ ਵਾਲੇ ਸਿੰਘ ਸਨ ਜਿਹੜੇ ਗੁਰੂ ਤੋਂ ਅਜੇ ਅਣਜਾਣ ਸਨ, ਜਿਹਨੂੰ ਅਜੇ ਗੁਰੂ ਆਪਣੇ ਇਤਿਹਾਸ ਦਾ ਜਾਂ ਸਿੱਖ ਇਤਿਹਾਸ ਦਾ ਪਤਾ ਨਹੀਂ ਸੀ, ਉਹ ਕਹਿੰਦੇ ਸੀ ਕਰਤਾਰ ਸਿੰਘ ਆਪਣੀ ਜ਼ਮੀਨ ਐਤਕੀ ਜਿਹੜੀ ਉਹ ਬੈ ਕਰ ਜੂਗਾ। ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਗਹਿਣੇ ਕਰ ਜੂਗਾ, ਫਿਰ ਕਹਿੰਦੇ ਬੈ ਕਰ ਜੂਗਾ। ਲੇਕਿਨ ਹਰ ਵਾਰ ਹੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਆਪਣੇ ਪਿੰਡ ਕਦੀ 10 ਦਿਨ ਦਾ ਪ੍ਰੋਗਰਾਮ, ਕਦੀ ਹਫ਼ਤੇ ਦਾ ਪ੍ਰੋਗਰਾਮ, ਲਾਸਟ 'ਤੇ ਕਿਹੜਾ ਸੰਤਾਂ ਨੇ ਇਮਤਿਹਾਨ ਲੈਣਾ ਸੀ ਜਦੋਂ ਉਹਨਾਂ ਨੇ ਸਰੀਰ ਛੱਡਣਾ ਸੀ। ਅਤੇ ਪਹਿਲਾਂ ਸੰਤਾਂ ਦਾ ਮਨ ਸੀ ਕਿ ਮੈਂ ਆਪਣਾ ਸਰੀਰ ਭੂਰੇ ਛੱਡ ਦਿਆਂ, ਫਿਰ ਉਹਨਾਂ ਨੇ ਮਹਿਤੇ ਜਾ ਕੇ ਛੱਡਣ, ਕਿਉਂਕਿ ਬਾਰਡਰ ਦਾ ਏਰੀਆ ਸੀ। ਅਤੇ ਉਸ ਟਾਈਮ 'ਤੇ ਕਹਿਣ ਲੱਗੇ ਲਓ ਐਤਕੀ ਅਸੀਂ ਤੁਹਾਡੇ ਹੋਰ ਨਗਰ ਵਿੱਚ ਰਹਿਣਾ, ਜਦੋਂ ਕਿ ਸਾਡੇ ਘਰ ਕੋਈ ਬਹੁਤੀ ਸਿੰਘਾਂ ਨੂੰ ਛਕਾਉਣ ਵਾਸਤੇ ਕੋਈ ਬਹੁਤਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ। ਲੇਕਿਨ ਮੈਂ ਸਮਝਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਰਾਤ ਦਿਨ ਕਰਕੇ ਔਰ ਸੰਯੋਗ ਲੈ ਕੇ ਨਾਲ ਦੇ ਭਰਾਵਾਂ ਦਾ, ਔਰ ਜਿੱਥੋਂ ਵੀ ਉਹਨਾਂ ਨੂੰ ਪੈਸਾ ਮਿਲਿਆ ਉਹਨਾਂ ਫੜ ਕੇ ਲਿਆ ਕੇ ਸੰਗਤ 'ਤੇ ਲਾ ਤਾ ਔਰ ਘਰ ਦਾ ਸਾਰਾ ਸਮਾਨ ਵੇਚਤਾ। ਮੇਰੇ ਨਾਨਕੇ ਤਗੜੇ ਸਨ, ਸੋਨਾ ਵੇਚਤਾ। ਮੈਨੂੰ ਯਾਦ ਹੈ ਕਿ ਮੈਂ ਛੋਟਾ ਜਿਹਾ ਸੀਗਾ, ਮੱਝਾਂ ਵੀ ਉਹਨਾਂ ਨੇ ਆਪਣੀਆਂ ਜਿਹੜੀਆਂ ਉਹਨਾਂ ਦੀ ਹਿੱਸੇ 2 ਕੌਨੀਆਂ ਵੀ ਵੇਚ ਕੇ ਲਾਤੀਆਂ। ਮੈਂ ਕਹਿੰਦਾ ਛੋਟਾ ਜਿਹਾ ਸੀ ਅਤੇ ਸਾਡੇ ਘਰ ਗੁੜ ਪਿਆ ਸੀਗਾ, ਮੈਂ ਜਿਹੜੀ ਆਪਣੇ ਨਾਲ ਹੱਡ ਬੀਤੀ ਤੁਹਾਨੂੰ ਦੱਸਣੀ ਉਹ ਨਾ ਜਿਹੜੀ ਸੰਤਾਂ ਨੇ। ਅਤੇ ਸੰਤ ਕਹਿਣ ਲੱਗ ਪਏ ਆਣ ਕੇ, ਲਓ ਵੀ ਤੁਹਾਨੂੰ ਮਨਜੀਤ ਸਿੰਘ ਗੁੜ ਲਿਆ ਦੇਣਾ, ਗੁੜ ਤੋਂ ਤੁਹਾਨੂੰ ਖੰਡ ਲਿਆ ਦੇਣੀ ਆ। ਅਸੀਂ ਬੜੇ ਖੁਸ਼ ਹੋਏ, ਖੰਡ ਦੀ ਚਾਹ ਪੀਤੀ ਨਹੀਂ ਸੀ, ਗੁੜ ਹੀ ਉਦੋਂ ਬਹੁਤ ਚੱਲਦਾ ਹੁੰਦਾ ਸੀ। ਸੋ ਉਹ ਤੋਲਣ ਲੱਗ ਪਏ ਅਤੇ ਮੈਂ ਛੋਟਾ ਜਿਹਾ ਰੋੜੀਆਂ ਉਹਦੇ ਵਿੱਚ ਛਾਬੇ 'ਚ ਰੱਖਣ ਡਿਆ ਪਿਆ। ਉਹ ਮੇਰੇ ਖਿਆਲ 15-16 ਮਣ ਗੁੜ ਹੋਣਾ ਹੈ। ਉਹ ਸੰਤਾਂ ਨੇ ਸਾਰਾ ਜਿਹੜਾ ਗੁੜ ਸੀ ਉਹ ਵੇਚ ਕੇ ਅਤੇ ਜਿਹੜੀ ਖੰਡ ਲਿਆ ਕੇ ਅਤੇ ਉਹ ਜਥੇ ਦੇ ਵਿੱਚ ਲਾ ਦਿੱਤੀ। ਅਤੇ ਮੇਰੇ ਮਾਤਾ ਜੀ ਨੂੰ ਪਤਾ ਸੀ ਵੀ ਖੰਡ ਤਾਂ ਨਹੀਂ ਆਉਣੀ, ਕਿਉਂਕਿ ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਹੈ ਵੀ ਘਰ ਦੀ ਕੋਈ ਵੀ ਚੀਜ਼ ਜਿਹੜੀ ਉਹ ਵੇਚ ਕੇ ਉਹਨਾਂ ਸੰਗਤ 'ਚ ਲਾਤੀ ਹੈ। ਉਹਨਾਂ 2 ਰੋੜੀਆਂ ਫੜ ਕੇ ਭੜੋਲੀ 'ਚ ਰੱਖ ਲਈਆਂ ਕਿ ਅਸੀਂ ਬਾਅਦ 'ਚ ਚਾਹ ਤਾਂ ਬਣਾ ਲਿਆ ਕਰਾਂਗੇ। ਸੋ ਮੇਰੇ ਕਹਿਣ ਤੋਂ ਭਾਵ ਆ ਕਿ ਅੱਜ ਦਾ ਅਤੇ ਉਦੋਂ ਦਾ ਜਿਹੜਾ ਹੈ ਨਾ ਸੇਵਾ ਦਾ ਉਹ ਕਨਸੈਪਟ ਵੀ ਥੋੜ੍ਹਾ ਜਿਹਾ ਬਦਲ ਗਿਆ ਹੈ, ਕਿਉਂਕਿ ਮੈਂ ਕੋਈ ਗਲਤ ਗੱਲ ਨਾ ਕਹਿ ਜਾਂ। ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਆਪਣਾ ਸਾਰਾ ਘਰ ਜੋ ਕੁਛ ਉਹਨਾਂ ਨੂੰ ਹਿੱਸੇ ਵਿੱਚ ਆਉਂਦਾ ਸੀ ਉਹ ਸਾਰਾ ਹੀ ਗੁਰੂ ਕੀ ਸੰਗਤ 'ਚ ਲਾ ਦਿੱਤਾ ਸੀ। ਇਹ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਹਿੱਸੇ ਆਈ ਹੈ। ਔਰ ਫਿਰ ਉਹਨਾਂ ਨੇ ਕਦੇ ਵੀ ਆਪਣੇ ਬੱਚਿਆਂ ਦਾ ਖਿਆਲ ਨਹੀਂ ਰੱਖਿਆ ਕਿ ਮੈਂ ਇਹਨਾਂ ਨੂੰ ਪੜ੍ਹਾਉਣਾ ਹੈ, ਲਿਖਾਉਣਾ। ਇੱਕ 4 ਆਨੇ ਕਦੇ ਵੀ ਉਹਨਾਂ ਸੰਗਤ ਦੇ ਪੈਸੇ ਵਿੱਚੋਂ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਪਣੇ ਪਰਿਵਾਰ ਨੂੰ ਨਹੀਂ ਦਿੱਤੇ, ਔਰ ਨਾ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਨੇ ਦਿੱਤੇ, ਨਾ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਨੇ ਦਿੱਤੇ, ਨਾ ਬਾਬਾ ਠਾਕਰ ਸਿੰਘ ਜੀ ਨੇ ਦਿੱਤੇ। ਅਤੇ ਉਸ ਤੋਂ ਬਾਅਦ ਦਾ ਤਾਂ ਮੈਂ ਨਹੀਂ ਕੁਛ ਕਹਿ ਸਕਦਾ, ਕਿਉਂਕਿ ਮੈਂ ਬਹੁਤਾ ਆਪਣਾ ਟਕਸਾਲ ਦੇ ਨਾਲ ਜਿਹੜਾ ਹੈ ਉਹ ਆਪਣਾ ਬਹੁਤਾ ਮੌਕਾ ਨਹੀਂ ਮਿਲਦਾ ਰਹਿਣ ਦਾ। ਸੋ ਇਸ ਕਰਕੇ ਮੈਂ ਇਹ ਗੱਲਾਂ ਕਹਿਣੀਆਂ ਚਾਹੁੰਦਾ ਹੈ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਸੇਵਾ ਨੂੰ ਸਮਰਪਿਤ ਸਨ। ਮੈਂ
ਤੁਹਾਡੀਆਂ ਗੱਲਾਂ 'ਚੋਂ ਕੁਝ ਸਵਾਲ ਅੱਗੇ ਤੋਰਨ ਲੱਗਾ। ਤੁਸੀਂ ਕਿਹਾ ਕਿ ਜਦੋਂ ਪੱਟੀ ਤੋਂ ਰੇਲ ਗੱਡੀ ਰਾਹੀਂ ਸੰਤ ਆਇਆ ਕਰਦੇ ਸਨ ਅਤੇ ਗੱਡਾਂ ਦੇ ਉੱਤੇ ਲੱਦ ਕੇ ਤਾਂ ਪਿੰਡ 'ਚ ਪ੍ਰਚਾਰ ਲਈ ਆਉਂਦੇ ਸਨ, ਉਦੋਂ ਤੁਸੀਂ ਬਚਪਨ 'ਚ ਸੋ ਜਾਂ ਤੁਹਾਡੇ ਬਚਪਨ ਤੋਂ ਪਹਿਲਾਂ ਦੀਆਂ ਗੱਲਾਂ? ਮੈਂ ਬਹੁਤ ਛੋਟਾ ਜਿਹਾ ਸੀ। ਇੱਕ ਵਾਰ ਮੈਨੂੰ ਸੁਪਨਿਆਂ ਨੂੰ ਯਾਦ ਆ ਵੀ ਅਸੀਂ ਨਾ ਉਦੋਂ ਗੱਡੀ ਦੀ ਉਡੀਕ ਕਰਨ ਡਏ ਸੀ, ਮੈਨੂੰ ਵੀ ਨਾਲ ਚੁੱਕ ਕੇ ਲੈ ਕੇ ਗਏ ਸੀ ਮੇਰੇ ਚਾਚਾ ਜੀ, ਅਤੇ ਉਦੋਂ ਸੰਤਾਂ ਦਾ ਜਥਾ ਜਿਹੜਾ ਹੈ ਉਹ ਸਾਡੇ ਖੇਮ ਕਰਨ ਆਪਣੇ ਪੱਟੀ ਤੋਂ ਖੇਮ ਕਰਨ ਆਇਆ ਸੀ। ਅਸੀਂ ਗੱਡਾਂ ਚੋ ਕੇ ਲੈ ਕੇ ਗਏ ਸੀ। ਮੈਨੂੰ ਵੀ ਯਾਦ ਆ, ਮੈਨੂੰ ਗੱਡ 'ਤੇ ਮੇਰੇ ਆਪਣੇ ਚਾਚਾ ਜੀ ਨੇ ਬਿਠਾਇਆ ਸੀ। ਉਦੋਂ ਸੰਤ ਬਾਬਾ ਗੁਰਬਚਨ ਸਿੰਘ ਹੋਣੀ ਸਾਡੇ ਪਿੰਡ ਆਉਂਦੇ ਹੁੰਦੇ ਸੀ। ਉਸ ਟਾਈਮ ਦੀ ਮੈਂ ਗੱਲ ਤੁਹਾਡੇ ਨਾਲ ਇਹ ਸਾਂਝੀ ਕਰ ਰਿਹਾ। ਅਤੇ ਉਹ ਆਣ ਕੇ 15 ਦਿਨ 10 ਦਿਨ ਸਾਡੇ ਨਗਰ ਵਿੱਚ ਰਹਿੰਦੇ ਸੀ, ਪ੍ਰਚਾਰ ਕਰਦੇ ਸੀ। ਔਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ, ਜਿਹੜੀ ਖਾਸ ਕਰਕੇ ਜਿਹੜੀ ਸੰਤ ਗੁਰਬਚਨ ਸਿੰਘ ਸਾਹਿਬ ਜੀ ਦੇ ਨਾਲ ਸਿੰਘ ਰਹਿੰਦੇ ਸਨ, ਉਹ ਵੀ ਮੈਂ ਸਮਝਦਾ ਦੇਵਤੇ ਸਨ। ਕਿਉਂਕਿ ਉਦੋਂ ਕੋਈ ਘਰ ਇਕੱਠਾ ਰਹਿਣ ਨੂੰ ਤਾਂ ਜਥੇ ਦੇ ਹੁਣ ਤਾਂ ਬੜੇ ਸਾਧਨ ਬਣ ਗਏ ਆ, ਇਕੱਠੇ ਗੁਰਦੁਆਰੇ ਵੀ ਬਣ ਗਏ, ਸੰਗਤ ਦੇ ਰਹਿਣ ਵਾਲਾ ਬਣ ਗਿਆ। ਉਦੋਂ ਦੋ ਤਿੰਨ ਸਿੰਘ ਘਰਾਂ 'ਚ ਰਹਿੰਦੇ ਸਨ, ਅਤੇ ਉਹ ਘਰਾਂ ਨੂੰ ਵੀ ਮੈਂ ਸਮਝਦਾ ਜਿਹੜੇ ਘਰ ਵਿੱਚ ਜਥੇ ਦੇ 150 ਸਿੰਘ ਰਹਿੰਦੇ ਸਨ ਨਾ, ਕਿਤੇ 2 ਕਿਤੇ 4 ਕਿਤੇ 5 ਕਿਤੇ 10, ਉਸ ਘਰ ਨੂੰ ਵੀ ਸਵਰਗ ਬਣਾ ਦਿੰਦੇ ਸੀ। ਔਰ ਜਿਹੜੇ ਘਰ 'ਚੋਂ ਰਹਿੰਦੇ ਸੀ ਉਹਨਾਂ ਦੀ ਇੰਨੀ ਗੁਰਬਾਣੀ ਉਹ ਪੜ੍ਹਦੇ ਸੀ, ਇੰਨਾ ਉਹਨਾਂ ਦਾ ਡਿਸਿਪਲਿਨ ਸੀ ਕਿ ਉਹ ਘਰ ਵਾਲੇ ਵੀ ਅੰਮ੍ਰਿਤ ਛਕਣ ਵਾਸਤੇ, ਗੁਰਬਾਣੀ ਪੜ੍ਹਨ ਵਾਸਤੇ ਤਿਆਰ ਹੋ ਜਾਂਦੇ ਸਨ। ਔਰ ਮੈਨੂੰ ਪਤਾ ਕਿ ਉਦੋਂ ਨਾ ਤਾਂ ਬਹੁਤਾ ਪਾਣੀ ਦਾ ਕੋਈ ਪ੍ਰਬੰਧ ਸੀ, ਸਾਡੇ ਘਰ ਵੀ ਖੂਹੀ ਲੱਗੀ ਸੀ, ਨਾ ਕਿਤੇ ਬਹੁਤੇ ਨਲਕਿਆਂ ਦਾ ਪ੍ਰਬੰਧ ਸੀ। ਔਰ ਬੜਾ ਸਿੰਪਲ ਅਤੇ ਸਾਦਾ ਉਹ ਰਹਿੰਦੇ ਸਨ ਅਤੇ ਸਿੰਪਲ ਖਾਂਦੇ ਸਨ। ਜਿਹੜਾ ਪੜਾਅ ਸੀ ਉਹ ਗੁਰਦੁਆਰਾ ਸਾਹਿਬ ਸੱਜਦਾ ਸੀ? ਜਿਹੜਾ ਪੜਾਅ ਸੀ ਉਹ ਸਾਡੀ ਇੱਕ ਨਾ ਬੈਠਕ ਸੀ, ਸਾਰੇ ਘਰਾਂ ਨੇ ਰਲ ਕੇ ਇੱਕ ਬਣਾਈ ਥੋੜ੍ਹੀ ਜਿਹੀ, ਉਹਦੇ 'ਚ ਵਿੱਚੇ ਖੁਰਾਹ ਸੀ। ਅੱਜ ਕੱਲ੍ਹ ਤਾਂ ਕਹਿ ਦਿੰਦੇ ਆ ਨਾ ਵੀ ਬਾਥਰੂਮ ਆ, ਵਿੱਚੇ ਖੁਰਾਹ ਬਣਿਆ ਸੀ ਅਤੇ ਲਾਗੇ ਖੂਹੀ ਸੀ। ਔਰ ਉਸ ਬੈਠਕ 'ਚ ਸੰਤ ਬਾਬਾ ਗੁਰਬਚਨ ਸਿੰਘ ਜੀ ਠਹਿਰਦੇ ਸਨ, ਅਤੇ ਸੰਤ ਆਪਣੇ ਜਿਹੜੇ ਬਾਕੀ ਸਿੰਘ ਸਨ ਉਹ ਪਿੰਡ ਦੇ ਵਿੱਚ ਜਿੱਥੇ ਜਿੱਥੇ ਆਸਣ ਲਵਾਏ ਹੁੰਦੇ ਸੀ ਉਹਨਾਂ ਆਸਣਾਂ 'ਤੇ ਰਹਿੰਦੇ ਸਨ। ਅੱਜ ਕੱਲ੍ਹ ਤਾਂ ਕਿਸੇ ਦੇ ਘਰ ਕੋਈ ਮੇਰੇ ਖਿਆਲ ਕੋਈ ਰੱਖਦਾ ਹੀ ਨਹੀਂ ਹੋਣਾ ਕਿਸੇ ਨੂੰ, ਕਿਉਂਕਿ ਹਾਲਾਤ ਬੜੇ ਹੋਰ ਤਰ੍ਹਾਂ ਦੇ ਹੋ ਗਏ ਆ। ਲੇਕਿਨ ਉਸ ਟਾਈਮ 'ਤੇ ਸਿੰਘ ਜਿਹੜੇ ਆ ਉਹ ਬੜੇ ਚੜ੍ਹਦੀ ਕਲਾ ਵਾਲੇ ਅਤੇ ਬੜੀ ਆਪਣੇ ਗੁਰਨਾਮ ਸਿਮਰਨ ਵਿੱਚ ਇੰਨਾ ਕੁ ਗਲਤਾਨ ਹੁੰਦੇ ਸਨ ਕਿ ਉਹ ਉਸ ਘਰ ਨੂੰ ਵੀ ਸੱਚਖੰਡ ਬਣਾ ਦਿੰਦੇ ਸੀ। ਉਸ ਘਰ ਨੂੰ ਵੀ ਮੈਂ ਸਮਝਦਾ ਪੰਥਕ ਘਰ ਬਣਾਉਂਦੇ ਸੀ ਜਿਸ ਘਰ ਵਿੱਚ ਰਹਿੰਦੇ ਸਨ, ਉਹਨਾਂ ਚਰਨ ਪੈਂਦੇ ਸੀ। ਸੋ ਉਸ ਟਾਈਮ 'ਤੇ ਹੀ ਆਪਣੇ ਸਾਡੇ 17 ਆਪਣੇ 13 ਵਾਰ ਸਾਡੇ ਪਿੰਡ ਮਹਾਂਪੁਰਸ਼ ਗਏ। ਮੈਂ ਵੀ ਛੋਟੇ ਹੁੰਦੇ ਉਹਨਾਂ ਦੇ ਦਰਸ਼ਨ ਕੀਤੇ ਸਨ। 13 ਵਾਰ ਆਉਣ ਦੀ ਗੱਲ ਗਈ, ਤਕਰੀਬਨ ਸਮਾਂ ਸ਼ਾਇਦ 13 ਸਾਲ ਦਾ ਹੀ ਬਣਦਾ ਹੋਊਗਾ। ਸਾਲ ਬਾਅਦ ਹੀ ਆਉਂਦੇ ਸਨ, ਅਤੇ ਸਾਲ ਦੇ ਬਾਅਦ ਹੀ 13 ਸਾਲ ਹੀ ਬਣਦੇ ਹੋਣੇ, ਅਤੇ 13 ਸਾਲ ਹੀ ਮੇਰੇ ਪਿਤਾ ਜੀ ਗੜਵਈ ਰਹੇ ਸੰਤ ਬਾਬਾ। ਕੋਈ ਖਾਸ ਸਮਾਂ ਮਹੀਨਾ ਮਿਥਿਆ ਹੁੰਦਾ ਸੀ? ਹਾਂ, ਉਹ ਉਹਨਾਂ ਦਾ ਮਹੀਨਾ ਹੁੰਦਾ ਸੀ ਮੇਰੇ ਖਿਆਲ। ਉਦੋਂ ਸਾਡੇ ਤੋਰੀਏ ਹੀ ਹੁੰਦੇ ਸਨ ਮੇਰੇ ਖਿਆਲ, ਆ ਜਿਹੜੇ ਸਿਆਲ ਜਿਹੇ 'ਚ ਹੁੰਦਾ ਨਾ ਤੋਰੀਆ ਜਾਂ, ਕਿਉਂਕਿ ਮੈਨੂੰ ਤਾਂ ਤੋਰੀਏ ਯਾਦ ਆ ਕਿ ਜਿਹੜੇ ਚੜ੍ਹਦੇ ਪਾਸੇ ਇੱਕ ਸਾਡੇ ਪਿੰਡ ਤੋਂ ਇੱਕ ਪਰੇ ਲੱਗਦੀ ਹੁੰਦੀ ਸੀ ਨਾ, ਉਹ ਆਂਦੇ ਇਹੀ ਵੀ 150 ਵਿਹਲੇ ਬੰਦੇ ਲਈ ਫਿਰਦਾ ਆਪਣਾ ਸੰਤ ਕਰਤਾਰ ਸਿੰਘ ਅਤੇ ਸੰਤ ਗੁਰਬਚਨ ਸੋਹਣੀ, ਇਹ 20 ਕਿੱਲੇ ਤੋਰੀਆ ਵੜ ਸਕਦੇ ਜਿੰਨੇ ਬੰਦੇ ਇਹ ਨਾਲ ਲਈ ਫਿਰਦੇ। ਤਕਰੀਬਨ ਬਸੰਤ ਰੁੱਤੇ ਆਇਆ ਕਰਦੇ, ਬਸੰਤ ਰੁੱਤ ਵਿੱਚ ਆਇਆ ਕਰਦੇ ਸੀ। ਅਤੇ ਸਾਡਾ ਪਿੰਡ ਮੈਂ ਸਮਝਦਾ ਵੀ ਉਦੋਂ ਖਿੜ ਜਾਂਦਾ ਸੀ, ਔਰ ਸਿੱਖੀ ਦੇ ਨਾਲ, ਪ੍ਰਚਾਰ ਨਾਲ, ਔਰ ਖਰੇ ਕਿੰਨਾ ਕੁ ਚਾਅ ਹੁੰਦਾ ਸੀ ਸਾਡੇ ਮਨ ਵਿੱਚ ਕਿ ਸਾਡੇ ਨਗਰ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਜਿਹੜੇ ਉਹਨਾਂ ਨੇ ਦਰਸ਼ਨ ਦਿੱਤੇ। ਮੈਂ ਦੋਹਰੇ ਪੁੱਛਣਾ ਚਾਹੁੰਦਾ, ਪੜਾਅ ਸੰਤਾਂ ਦਾ ਤੁਹਾਡੇ ਘਰ ਰਹੇ ਹੁੰਦਾ ਸੀ ਸੰਤ ਗੁਰਬਚਨ ਸਿੰਘ ਜੀ ਦਾ, ਅਤੇ ਜਿਹੜੀ ਕਥਾ ਵਿਚਾਰ ਉਹ ਗੁਰਦੁਆਰਾ ਸਾਹਿਬ ਹੁੰਦੀ ਸੀ? ਸਾਡਾ ਗੁਰਦੁਆਰਾ ਸਾਹਿਬ ਸੀ ਬਾਬਾ ਸੁਰਜਨ ਸਿੰਘ ਜੀ ਦਾ, ਛੋਟੀ ਜਿਹੀ ਸਮਾਧ ਹੁੰਦੀ ਸੀ, ਅਤੇ ਕਥਾ ਵਿਚਾਰ ਸਾਰੀ ਜਿਹੜੀ ਆ ਉਹ ਸਵੇਰੇ ਅਤੇ ਸ਼ਾਮੀ ਉਹ 2 ਵਾਰਾਂ ਕਥਾ ਕਰ ਦਿੰਦੇ ਸੀ ਵੱਡੇ ਸੰਤ। ਇੱਕ ਤਾਂ ਸਵੇਰੇ ਹੁਕਮਨਾਮੇ ਦੀ ਕਥਾ, ਇੱਕ ਲੜੀਵਾਰ ਕਥਾ, ਹੁਕਮਨਾਮੇ ਦੀ ਨਹੀਂ ਲੜੀਵਾਰ ਕਥਾ ਜਿਹੜੀ ਉਹ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦੀ, ਔਰ ਇੱਕ ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਸੀ। ਔਰ ਉਹ ਦੋਵੇਂ ਕਥਾ ਜਿਹੜੀਆਂ ਨੇ ਉਹ ਸੰਤ ਬਾਬਾ ਗੁਰਬਚਨ ਸਿੰਘ ਜੀ ਕਰਦੇ ਸੀ, ਜਾਂ ਕਿਸੇ ਵੇਲੇ ਉਹਨਾਂ ਦਾ ਸਰੀਰ ਢਿੱਲਾ ਹੁੰਦਾ ਸੀ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਉਹ ਕਥਾ ਕਰਿਆ ਕਰਦੇ ਸਨ। ਅਤੇ ਆਪਾਂ ਹੁਣ ਅੱਗੇ ਗੱਲ ਨੂੰ ਤੋਰੀਏ ਕਿ ਇਸ ਤੋਂ ਬਾਅਦ ਫਿਰ ਸੰਤ ਜਿਹੜੇ ਸਨ 13 ਸਾਲ ਦੇ ਸਮੇਂ ਦੇ ਵਿੱਚ ਘਰ ਕਿੰਨਾ ਕੁ ਆਇਆ ਕਰਦੇ ਸੀ, ਵਾਪਸ ਕਿੰਨਾ ਕੁ ਪਰਤਦੇ ਸੀ? ਕਦੇ ਵੀ ਨਹੀਂ। ਸੰਤ ਕਰਤਾਰ ਸਿੰਘ ਜੀ ਨੇ ਜਿਉਂ ਘਰੋਂ ਗਏ ਉਹਨਾਂ ਨੇ ਕਦੇ ਘਰ ਵਾਲੇ ਪਿੱਛਾ ਭੌਂ ਕੇ ਨਹੀਂ ਵੇਖਿਆ, ਨਾ ਉਹਨਾਂ ਨੇ ਆਪਣੇ ਬੱਚਿਆਂ ਵੱਲ ਵੇਖਿਆ, ਨਾ ਉਹਨਾਂ ਨੇ ਆਪਣੇ ਪਰਿਵਾਰ ਵੱਲ ਵੇਖਿਆ, ਨਾ ਉਹਨਾਂ ਨੇ ਆਪਦੇ ਕੱਚੇ ਘਰ ਵੱਲ ਵੇਖਿਆ। ਇੱਕ ਸਾਡਾ ਕੱਚਾ ਘਰ ਸੀ ਔਰ ਜਿਹਦੇ ਬਾਲੇ ਪਏ ਸੀ, ਅਤੇ ਨਾਲ ਇੱਕ ਸਾਡੇ ਘਰ ਦੇ ਨਾਲ ਇੱਕ ਢਾਰਾ ਜਿਹਾ ਪਿਆ ਹੈ ਜਿਹਨੂੰ ਆਪਾਂ ਛੱਪਰ ਜਿਹਾ ਕਹਿ ਦਿੰਦੇ, ਢਾਰਾ ਹੀ ਕਹਿ ਦਿੰਦੇ ਹਾਂ। ਇਹ ਸਾਡਾ ਘਰ ਸੀਗਾ, ਕੋਈ ਬਹੁਤੇ ਅਸੀਂ ਕੋਈ ਬਹੁਤ ਵੱਡੇ ਲੈਂਡਲਾਰਡ ਨਹੀਂ ਸੀ, ਸਧਾਰਨ ਸਾਡਾ ਘਰ ਸੀ, ਪਰ ਇਹ ਹੀ ਵੀ ਪ੍ਰਸ਼ਾਦਾ ਪਾਣੀ ਸਾਡੇ ਪਰਿਵਾਰ ਦਾ ਜਿਹੜਾ ਉਹ ਠੀਕ ਚੱਲਦਾ ਸੀ।
ਤੇ ਸੰਤ ਜੀ ਕਦੇ ਵੀ ਆਪਣੇ ਭੌਂਕੇ ਪਰਿਵਾਰ ਵਿੱਚ ਨਹੀਂ ਆਏ। ਜਦੋਂ ਜਥਾ ਆਉਣਾ ਜਥੇ ਦੇ ਨਾਲ ਹੀ ਆਉਣਾ, ਜਥੇ ਨਾਲ ਹੀ ਉਹ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਚਲੇ ਜਾਣਾ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਆ ਜਦੋਂ ਉਹ ਸੱਚਖੰਡ ਨੂੰ ਚਲੇ ਗਏ, ਅਤੇ ਉਸ ਟਾਈਮ 'ਤੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਮਹਿਤੇ ਆਪਣੇ ਭਿੰਡਰੀ ਜਿਹੜਾ ਹੈ ਉਹ ਦਸਤਾਰਬੰਦੀ ਜਦੋਂ ਹੋਣੀ ਸੀ, ਅਤੇ ਕੁਛ ਭੁੱਲੜ ਲੋਕ ਜਿਹੜੇ ਸੀ, ਜਿਹੜੇ ਸੰਤਾਂ ਦੇ ਨਾਲ ਵੀ ਰਹੇ ਸਨ, ਲੇਕਿਨ ਸੰਤਾਂ ਦੇ ਵਚਨ ਨੂੰ ਉਹਨਾਂ ਨੇ ਸੰਤਾਂ ਨੂੰ ਸੰਤ ਸਮਝ ਕੇ ਉਹਨਾਂ ਦਾ ਵਚਨ ਜਿਹੜਾ ਇਹ ਨਹੀਂ ਉਹਨਾਂ ਨੇ ਮੰਨਿਆ। ਅਤੇ 3 ਸਾਲ ਪਹਿਲਾਂ ਹੀ ਮੇਰੇ ਪਿਤਾ ਜੀ ਨੂੰ ਪਟਨਾ ਸਾਹਿਬ ਦੇ ਸਥਾਨ ਦੇ ਉੱਤੇ ਜਦੋਂ ਉੱਥੇ ਆਪਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਹੁਤ ਵੱਡਾ ਆਪਾਂ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ, ਤਾਂ ਉਦੋਂ ਹੀ ਉਹ 1966 ਵਿੱਚ ਦਸਤਾਰ ਦੇ ਗਏ ਸਨ 3 ਸਾਲ ਪਹਿਲਾਂ। ਲੇਕਿਨ ਇੱਥੇ ਕੁਝ ਭੁੱਲੜ ਵੀਰਾਂ ਨੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਇਸ ਕਰਕੇ ਵਿਰੋਧ ਕੀਤਾ ਕਿ ਉਹ ਮਾਝੇ ਦੇ ਨੇ ਅਤੇ ਮਾਝੇ ਮਾਲਵੇ ਦਾ ਸਵਾਲ ਪੈਦਾ ਕਰਤਾ। ਪਰ ਸੰਤ ਬਾਬਾ ਸੋਹਣ ਸਿੰਘ ਸਾਹਿਬ ਜੀ ਵਿਧੀ ਚੰਦਗੇ, ਬਾਬਾ ਤਾਰਾ ਸਿੰਘ ਸਾਹਿਬ ਜੀ ਅਤੇ ਹੋਰ ਮਹਾਂਪੁਰਸ਼ ਜਿਹੜੇ ਗਏ ਸਨ ਸਰਿਆਲੀ ਵਾਲੇ, ਇਹਨਾਂ ਨੇ ਕਿਹਾ ਕਿ ਇੱਥੇ ਆਪਾਂ ਜਿਹੜੀ ਆ ਸਟੇਜ 'ਤੇ ਦਸਤਾਰ ਜਿਹੜੀ ਆ ਉਹ ਨਹੀਂ ਸਜਾਉਣੀ, ਕਮਰੇ ਵਿੱਚ ਹੀ ਉਹਨਾਂ ਨੂੰ ਦਸਤਾਰ ਸਜਾਤੀ ਸੀ। ਕਿਉਂਕਿ ਆਪਾਂ ਵਿਧੀ ਚੰਦਗੇ ਬਾਬੇ ਵੀ ਉਦੋਂ 3 ਸਾਲ ਪਹਿਲਾਂ ਉੱਥੇ ਹੀ ਸੀ ਪਟਨਾ ਸਾਹਿਬ, ਜਦੋਂ ਇਹਨਾਂ ਨੂੰ ਦਸਤਾਰ ਮਿਲੀ ਸੀ, ਉਹਨਾਂ ਕਿਹਾ ਮੇਰੇ ਸਾਹਮਣੇ ਦਸਤਾਰ ਮਿਲੀ ਆ। ਸੋ ਉਹ ਉੱਥੋਂ ਫਿਰ ਆਪਦਾ ਸਾਰਾ ਕੁਝ ਡੰਡਾ ਡੇਰਾ ਚੁੱਕ ਕੇ ਅਤੇ ਮਹਿਤੇ ਆ ਗਏ ਸਨ, ਅਤੇ ਮਹਿਤੇ ਆਣ ਕੇ ਉਹਨਾਂ ਨੇ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਹੈ ਕਿ ਸੰਘਰਸ਼ ਕਰਕੇ। ਭਾਈ ਸਾਹਿਬ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਜਦੋਂ ਸੰਤ ਕਰਤਾਰ ਸਿੰਘ ਜੀ ਉੱਥੋਂ ਚੱਲੇ ਖਾਲੀ ਹੱਥ ਚੱਲੇ, ਉਹਨਾਂ ਕੋਲ ਕੋਈ ਪੈਸਾ ਨਹੀਂ ਹੈਗਾ। ਅਖੀਰ 'ਤੇ ਜਦੋਂ ਉੱਥੇ ਇਹ ਸਵਾਲ ਪੈਦਾ ਹੋ ਗਿਆ ਸੀ ਨਾ, ਫਿਰ ਉਹਨਾਂ ਆਪਣਾ ਚੋਲਾ ਵੀ ਲਾ ਕੇ ਉੱਥੇ ਦੇ ਦਿੱਤਾ ਸੀ। ਉਹਨਾਂ ਨੇ ਕਿਹਾ ਹੈ ਕਿ ਕਛਹਿਰਾ ਤਾਂ ਨਗੇਜ ਦੀ ਨਿਸ਼ਾਨੀ ਆ ਅਤੇ ਦਸਤਾਰ ਮੈਨੂੰ ਸੰਤਾਂ ਨੇ ਦਿੱਤੀ ਆ, ਆਹ ਮੇਰਾ ਚੋਲਾ ਹੈਗਾ ਇਹ ਵੀ ਲੈ ਲਓ। ਉਹਨਾਂ ਕੋਲ ਕੋਈ ਪੈਸਾ ਨਹੀਂ ਸੀ, ਕਛਹਿਰਾ ਪਰਨਾ ਸੀ। ਅਤੇ ਉਦੋਂ ਉਸ ਟਾਈਮ 'ਤੇ ਬਾਬਾ ਤਾਰਾ ਸਿੰਘ ਜੀ ਨੇ ਸਰਿਆਲੀ ਸਾਹਿਬ ਵਾਲਿਆਂ ਨੇ 1000 ਰੁਪਈਆ ਉਹਨਾਂ ਨੂੰ ਦਿੱਤਾ ਸੀ, ਅਤੇ ਟਰੱਕ ਜਿਹੜਾ ਉਹ ਆਪਣਾ ਭੇਜ ਕੇ ਅਤੇ ਮਹਿਤੇ ਉਹਨਾਂ ਨੂੰ ਉਹ ਚਲੇ ਗਏ ਸਨ। ਔਰ ਮਹਿਤੇ ਉਹਨਾਂ ਨੇ ਜਿਹੜੇ ਘਰ ਵਿੱਚ ਸੰਤਾਂ ਨੇ ਸਰੀਰ ਛੱਡਿਆ ਸੀ, ਉਹ ਸਾਰੀ ਸੰਗਤ ਨੇ ਇਕੱਠੇ ਹੋ ਕੇ ਕਿਹਾ ਵੀ ਇੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਕਰੋ। ਅਤੇ 2-2 ਬੰਦੇ ਡੂੰਘਾ ਛੱਪੜ ਸੀ, ਉਹ ਛੱਪੜ ਨੂੰ ਉਹਨਾਂ ਨੇ ਪੂਰ ਕੇ ਜਿੱਥੇ ਅੱਜ ਕੱਲ੍ਹ ਦੀਵਾਨ ਹਾਲ ਬਣਿਆ, ਲੰਗਰ ਹਾਲ ਬਣਿਆ, ਸਾਰਾ ਕੁਛ ਹੈ, ਉਹ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਉਹ ਸਾਰਾ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਖੂਨ ਪਸੀਨਾ ਇੱਕ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਹੱਥੀਂ ਸੇਵਾ ਕੀਤੀ, ਅਸਥਾਨ ਦੀ ਹੱਥੀਂ ਸੇਵਾ ਵੀ ਕੀਤੀ, ਔਰ ਇਲਾਕੇ ਦੀਆਂ ਸੰਗਤਾਂ ਨੇ ਵੀ ਬੜਾ ਵੱਡਾ ਸਹਿਯੋਗ ਦਿੱਤਾ। ਟਰੈਕਟਰ ਲਿਆ ਕੇ ਦੂਰੋਂ ਮਿੱਟੀ ਲਿਆ ਕੇ ਉਹ ਛੱਪੜ ਨੂੰ ਪੂਰਿਆ, ਔਰ ਸੰਤਾਂ ਨੇ ਆਪ ਰੌਲਾਂ ਲਾ ਕੇ ਜਿਹੜੇ ਪੈਸੇ ਆਉਂਦੇ ਸੀ ਉਸ ਪੈਸੇ ਨਾਲ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ, ਔਰ ਬਹੁਤ ਵੱਡਾ ਇੱਕ ਮਿਹਨਤ ਕੀਤੀ। ਉਸ ਤੋਂ ਬਾਅਦ ਜਿਹੜਾ ਜਥਾ ਸੀ ਉਹ ਰੋਜ਼ ਜਿਹੜਾ ਸੀ ਸੰਤਾਂ ਨੂੰ ਕਥਾ ਕਰਨੀ ਪੈਂਦੀ ਸੀ 5-5 6-6 ਥਾਵਾਂ 'ਤੇ, ਸਾਈਕਲਾਂ 'ਤੇ ਜਾ ਕੇ ਵੀ ਉਹਨਾਂ ਨੇ ਕਥਾ ਕੀਤੀ। ਔਰ ਗਿਆਨੀ ਰਾਗੀ ਰਾਮ ਸਿੰਘ ਨੇ ਮੈਨੂੰ ਦੱਸਿਆ ਸੀ, ਅਤੇ ਕਹਿੰਦੇ ਵੀ ਮੈਂ ਮਗਰ ਲੈ ਕੇ ਬੈਠਾ ਸੀ ਵਾਜਾ, ਅਤੇ ਜਿਹੜੇ ਸਾਈਕਲ ਨੂੰ ਚਲਾ ਰਹੇ ਸਨ ਉਹਦੀ ਕਿੱਲੀ ਪੈਡਲ ਨਹੀਂ ਸੀਗਾ, ਕਿੱਲੀ ਕਹਿੰਦੇ ਰਾਮ ਸਿਆਂ ਬੜੀ ਚੁੱਭਦੀ ਆ, ਅਤੇ ਉਹ ਅੱਗੇ ਸਾਈਕਲ ਚਲਾਉਣ ਡੇ ਸੀ, ਮਗਰ ਵਾਜਾ ਫੜ ਕੇ ਸਿੰਘ ਬੈਠਾ ਸੀ, ਔਰ ਲਾਗੇ ਨੰਗਲੀ ਔਰ ਨੰਗਲ ਅਤੇ ਲਾਗੇ ਜਿਹੜੇ ਪਿੰਡ ਸਨ ਉਹਨਾਂ ਵਿੱਚ ਪਹਿਲਾਂ ਉਹਨਾਂ ਸਾਈਕਲ 'ਤੇ ਵੀ ਪ੍ਰਚਾਰ ਕੀਤਾ। ਪਰ ਉਹਨਾਂ ਦੀ ਜ਼ੁਬਾਨ ਵਿੱਚ ਰਸਨਾ ਵਿੱਚ ਇੰਨਾ ਰਸ ਸੀ, ਜਿਹੜਾ ਉਹਨਾਂ ਦੀ ਇੱਕ ਕਥਾ ਸੁਣ ਲੈਂਦਾ ਸੀ ਉਹ ਸੰਤ ਕਰਤਾਰ ਸਿੰਘ ਦਾ ਹੋ ਕੇ ਰਹਿ ਜਾਂਦਾ ਸੀ। ਇੰਨਾ ਉਹਨਾਂ ਨੂੰ ਨੌਲੇਜ, ਇੰਨਾ ਉਹਨਾਂ ਦਾ ਆਪਣਾ ਗੁਰਮਤਿ ਦੇ ਉੱਤੇ ਇੰਨਾ ਉਹਨਾਂ ਦੀ ਪਕੜ, ਔਰ ਇੰਨਾ ਉਹਨਾਂ ਨੂੰ ਇਤਿਹਾਸ, ਇੰਨਾ ਉਹਨਾਂ ਦੀ ਗੁਰਬਾਣੀ, ਇੱਕ ਤੁਕ ਦੇ ਸੰਤ ਬਾਬਾ ਕਰਤਾਰ ਸਿੰਘ ਜੀ 10 ਅਰਥ ਕਰ ਜਾਂਦੇ ਸੀ, ਅਤੇ ਲੋਕਾਂ 'ਤੇ ਸੰਗਤ 'ਤੇ ਬੜਾ ਵੱਡਾ ਪ੍ਰਭਾਵ ਸੀ। ਔਰ ਜਦੋਂ ਇੱਥੋਂ ਉਹ ਕਰਦੇ ਜਦੋਂ ਜਥਾ ਉਹ ਲੈ ਕੇ, ਕਿਉਂਕਿ ਰੂਟੀਨ ਦੇ ਵਿੱਚ ਜਥਾ ਬੰਬੇ ਵੀ ਜਾਂਦਾ ਸੀ, ਪਹਿਲਾਂ ਵੀ ਜਾਂਦਾ ਸੀ, ਜਦੋਂ ਉਹ ਬੰਬੇ ਚਲੇ ਗਏ ਅਤੇ ਬੰਬੇ ਦੀ ਸੰਗਤ ਕਹਿਣ ਲੱਗੀ ਜੀ ਇੰਨਾ ਵੱਡਾ ਤੁਸੀਂ ਪ੍ਰਚਾਰ ਕਰਦੇ ਹੋ ਅਤੇ ਤੁਹਾਨੂੰ ਗੱਡੀਆਂ ਕਿਉਂ ਨਾ ਦੇ ਦਈਏ। ਸੰਤ ਕਹਿਣ ਲੱਗੇ ਵੀ ਮੈਂ ਗੱਡੀਆਂ ਫਿਰ ਮੈਂ ਗੁਲਾਮ ਹੋ ਜਾਊਂਗਾ, ਕਦੀ ਤਾਂ ਤੇਲ ਤੋਂ ਬੈਠਾ ਰਹੂੰ, ਕਦੀ ਟਾਇਰਾਂ ਤੋਂ ਬੈਠਾ ਰਹੂੰ, ਹੁਣ ਤਾਂ ਮੈਂ ਯਾਦ ਹੈਗਾ ਹੈ ਅਤੇ ਰਾਤ ਦਿਨ ਪ੍ਰਚਾਰ ਕਰੀਦਾ। ਇਸ ਗੱਲ ਦਾ ਅਰਥ ਹੈ ਕਿ ਉਸ ਤੋਂ ਪਹਿਲਾਂ ਟਕਸਾਲ ਕੋਲ ਸਾਧਨ ਨਹੀਂ ਸਨ, ਕੋਈ ਸਾਧਨ ਨਹੀਂ ਸੀ ਟਕਸਾਲ ਕੋਲ। ਰੇਲ ਗੱਡੀ ਦੇ ਰਾਹੀਂ ਬੰਬੇ, ਕਲਕੱਤੇ, ਇੱਧਰ ਪੂਨੇ ਜਾਂ ਹੋਰ ਥਾਵਾਂ 'ਤੇ ਜਿੱਥੇ ਜਾਂਦੇ ਸੀ ਨਾ, ਉਹ ਰੇਲ 'ਤੇ ਜਾਂਦੇ ਸੀਗੇ, ਔਰ ਬੜਾ ਸਿੰਪਲ ਟਕਸਾਲ ਰਹਿੰਦੀ ਸੀ। ਸੋ ਉੱਥੇ ਸਿੰਘਾਂ ਨੇ ਹੁਕਮ ਕਰਕੇ ਸੰਤਾਂ ਨੂੰ ਫਿਰ 3-4 ਗੱਡੀਆਂ ਜਿਹੜੀਆਂ ਦੇਤੀਆਂ, ਪਰ ਸੰਤਾਂ ਨੇ ਇਹ ਸ਼ਰਤ 'ਤੇ ਉਹ ਗੱਡੀਆਂ ਲਈਆਂ ਸੀ ਵੀ ਡਰਾਈਵਰ ਵੀ ਤੁਹਾਡੇ ਹੋਣਗੇ ਅਤੇ ਟਾਇਰ ਵੀ ਤੁਹਾਂ ਸਾਲ ਬਾਅਦ ਬਦਲਣੇ ਹੋਣਗੇ। ਅਤੇ ਮੈਂ ਤਾਂ ਪ੍ਰਚਾਰ ਵਾਲਾ ਸਿੰਘ ਹਾਂ, ਮੈਨੂੰ ਤਾਂ ਜੇ ਹੁਣ ਮੈਂ 4 ਥਾਈਂ ਕਥਾ ਕਰਦਾ ਅਤੇ ਹੁਣ ਮੈਂ 10 ਥਾਈਂ ਕਥਾ ਕਰੂੰਗਾ ਰੋਜ਼ ਦੀ।
ਔਰ ਸੰਤਾਂ ਨੇ ਉੱਥੇ ਜਿਹੜੇ ਵੱਡੇ ਵੱਡੇ ਲੋਕ ਸੀ, ਬਹੁਤੇ ਇੱਧਰੋਂ ਗਏ ਸੀ ਜਿਨ੍ਹਾਂ ਜਾ ਕੇ ਗੱਡੀਆਂ ਬਣਾਈਆਂ ਸੀ, ਆਪਣੀਆਂ ਟਰੱਕ ਬਣਾਏ ਸਨ। ਉਹ ਕੋਈ ਕਿਸੇ ਨੂੰ ਮੱਟ ਕਹਿੰਦੇ ਸੀ, ਕਿਸੇ ਨੂੰ ਡਰਮ ਕਹਿੰਦੇ ਸੀ, ਉਹ ਸ਼ਰਾਬਾਂ ਸ਼ਰੂਬਾਂ ਬੜੀਆਂ ਪੀਂਦੇ ਸੀ। ਪਰ ਸੰਤਾਂ ਦੀ ਕਥਾ ਜਿਹਨੇ ਜਿਹੜਾ ਉਹ ਸੁਣਦਾ ਗਿਆ, ਉਹ ਸ਼ਰਾਬ ਛੱਡਦਾ ਗਿਆ, ਅੰਮ੍ਰਿਤਧਾਰੀ ਹੁੰਦਾ ਗਿਆ। ਔਰ ਐਡੀ ਵੱਡੀ ਸੰਗਤ ਉੱਥੇ ਫਿਰ ਸੰਤਾਂ ਦੇ ਨਾਲ, ਕਿਉਂਕਿ ਸੰਤ ਕਹਿੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ, ਆਪਦੇ ਨਾਲ ਨਹੀਂ ਜੋੜਦੇ, ਨਾ ਕਦੇ ਕਿਸੇ ਨੂੰ ਪੈਰਾਂ ਨਾਲ ਹੱਥ ਲਾਉਣ ਦਿੰਦੇ ਸੀ। ਤਾਂ ਉਸ ਟਾਈਮ 'ਤੇ ਬਹੁਤ ਵੱਡਾ ਵਿਸਥਾਰ ਜਿਹੜਾ ਹੈ ਉਹ ਬੰਬੇ ਕਲਕੱਤੇ ਤੱਕ ਹੋ ਗਿਆ। ਔਰ ਉੱਥੋਂ ਹੀ ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ ਗੱਡੀਆਂ ਜਿਹੜੀਆਂ ਸੰਗਤ ਨੇ ਭੇਟ ਕੀਤੀਆਂ ਸਨ। ਇੱਕ ਗੱਲ ਮੁੱਢਲੇ ਰੂਪ 'ਚ ਸਾਡੇ ਸੁਣਨ ਵਾਲੇ ਸਾਰੇ ਜਾਣਨਾ ਚਾਹੁੰਦੇ ਹੋਣਗੇ ਕਿ ਸੰਤ ਕਰਤਾਰ ਸਿੰਘ ਜੀ ਖਾਲਸਾ ਦੇ ਨਾਮ ਦੇ ਨਾਲ ਜਿਹੜਾ ਭਿੰਡਰਾਂ ਵਾਲਾ ਸ਼ਬਦ ਜੁੜਿਆ, ਭਿੰਡਰਾਂ ਵਾਲੇ ਜੁੜਿਆ, ਉਹ ਲਫ਼ਜ਼ ਟਕਸਾਲ ਦੇ ਮੁਖੀਆਂ ਦੇ ਨਾਮ ਨਾਲ ਕਿਵੇਂ ਜੁੜਦਾ? ਉਹ ਜਿਹੜੇ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਤੋਂ ਪਹਿਲੇ ਮਹਾਂਪੁਰਸ਼ ਸਨ ਨਾ, ਬਾਬਾ ਸੁੰਦਰ ਸਿੰਘ ਸਾਹਿਬ ਜੀ, ਮੇਰੇ ਖਿਆਲ ਉਹਨਾਂ ਦਾ ਨਗਰ ਜਿਹੜਾ ਹੈ ਉਹ ਭਿੰਡਰ ਸੀਗਾ। ਔਰ ਜਿਹੜੇ ਆਉਣ ਵਾਲੇ ਮਹਾਂਪੁਰਸ਼ ਸਾਰੇ ਸੀ, ਉਹਨਾਂ ਦੇ ਨਾਂ ਨਾਲ, ਕਿਉਂਕਿ ਉੱਥੇ ਫਿਰ ਉਹ ਰਹਿੰਦੇ ਸਨ, ਉਹਨਾਂ ਨੇ ਉੱਥੇ ਡੇਰਾ ਵੀ ਬਣਿਆ ਸੀ, ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਆ। ਅਤੇ ਉਹ ਫਿਰ ਆਉਣ ਵਾਲਾ ਕੋਈ ਮਹਾਂਪੁਰਸ਼ ਜਿਹੜੇ ਸਨ, ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਸਨ, ਸੰਤ ਬਾਬਾ ਕਰਤਾਰ ਸਿੰਘ ਸਨ, ਸੰਤ ਬਾਬਾ ਜਰਨੈਲ ਸਿੰਘ, ਉਹ ਫਿਰ ਉਹ ਭਿੰਡਰਾਂ ਵਾਲਾ ਲਕਬ ਜਿਹੜਾ ਸੀ ਨਾ, ਉਹ ਭਿੰਡਰਾਂ ਦਾ ਗੁਰਦੁਆਰੇ, ਭਿੰਡਰਾਂ ਇੱਕ ਹੈੱਡਕੁਆਟਰ ਸੀ। ਜਿਸ ਤਰ੍ਹਾਂ ਪਹਿਲਾਂ ਬਾਅਦ ਦੇ ਵਿੱਚ ਮਹਿਤਾ ਚੌਂਕ ਬਣ ਗਿਆ, ਪਹਿਲਾਂ ਭਿੰਡਰਾਂ ਹੈੱਡਕੁਆਟਰ ਸੀ ਦਮਦਮੀ ਟਕਸਾਲ ਦਾ। ਜਦੋਂ ਇਹ ਮਾਝੇ ਮਾਲਵੇ ਦਾ ਸਵਾਲ ਪੈਦਾ ਹੋਇਆ, ਉਦੋਂ ਉਹ ਹੈੱਡਕੁਆਟਰ ਉਹ ਛੱਡ ਕੇ ਫਿਰ ਇੱਥੇ ਆਪਾਂ ਨੂੰ ਮਹਿਤੇ ਬਣਾਉਣ, ਇਸ ਕਰਕੇ ਭਿੰਡਰਾਂ ਵਾਲੇ ਸੰਤ ਬਾਬਾ ਕਰਤਾਰ ਸਿੰਘ। ਤੁਸੀਂ ਕਿਹਾ ਕਿ ਸੰਤ ਕਰਤਾਰ ਸਿੰਘ ਜੀ ਹੁਣਾਂ ਦੀ ਜਿਹੜੀ ਕੋਈ ਕਥਾ ਸੁਣ ਲਿਆ ਕਰਦਾ ਸੀ, ਉਸ ਦਾ ਜੀਵਨ ਬਦਲ ਜਾਇਆ ਕਰਦਾ ਸੀ। ਅਤੇ ਫਿਰ ਸਾਡੇ ਸੁਣਨ ਵਾਲਿਆਂ ਤੱਕ ਇਹ ਜਾਣਨਾ ਜ਼ਰੂਰੀ ਆ ਕਿ ਸੰਤਾਂ ਦੇ ਜੀਵਨ ਦੀ ਜਿਹੜੀ ਨਿਤਾ ਪ੍ਰਤ ਕਮਾਈ, ਉਹਨਾਂ ਦਾ ਅੰਮ੍ਰਿਤ ਵੇਲੇ ਉੱਠਣਾ, ਜਾਂ ਜਿਹੜੀ ਪੂਰੇ ਦਿਨ ਦੀ ਘਾਲ ਕਮਾਈ, ਉਹਦੇ ਬਾਰੇ ਥੋੜ੍ਹਾ ਜਿਹਾ ਵਿਸਥਾਰ ਦੱਸੋ। ਮੈਂ ਤੁਹਾਨੂੰ ਦੱਸਦਾ ਵੀ ਵੇਖੋ, ਅਸੀਂ ਤਾਂ ਕਿ ਸੰਤਾਂ ਨੂੰ ਮੈਂ ਸੁੱਤਿਆਂ ਵੇਖਿਆ ਨਹੀਂ ਹੋਣਾ। ਸੰਤ ਇੰਨੇ, ਉਹਨਾਂ ਦੇ ਵਿੱਚ ਕੋਈ ਸੰਤਾਂ 'ਚ ਆਲਸ ਨਹੀਂ ਸੀ, ਸੰਤਾਂ ਦੇ ਵਿੱਚ ਕੋਈ ਨੀਂਦਰਾ ਨਹੀਂ ਸੀ, ਕੋਈ ਦੂਜੀ ਨਹੀਂ ਸੀ। ਹਾਂ, ਜੇ ਗੱਡੀ 'ਚ ਜਾਂਦੇ ਕਿਤੇ ਉਹਨਾਂ 10 ਮਿੰਟ ਉਹ ਲੰਮੇ ਪੈ ਗਏ ਆ, ਭਾਵੇਂ ਰਾਤ ਭਾਵੇਂ ਦਿਨ, ਲੇਕਿਨ ਉਹਨਾਂ ਨੇ ਆਪਣਾ ਸਾਰਾ ਜੀਵਨ ਸਿੱਖੀ ਨੂੰ ਸਮਰਪਿਤ ਕਰ ਦਿੱਤਾ ਸੀ। ਔਰ ਇੱਕ ਇੱਕ ਦਿਨ ਦੇ ਵਿੱਚ ਉਹਨਾਂ ਨੇ 15 ਥਾਵਾਂ, ਜੇ 10 ਸਿੰਘ ਉਹਨਾਂ ਤਾਂ ਵੀ ਕਥਾ ਕਰਤੀ। ਜੇ 2 ਸਿੰਘ ਅੰਮ੍ਰਿਤ ਵਾਲੇ ਬਣ ਗਏ ਨਾ, ਉਹਨਾਂ ਆਖਣ 2 ਲੱਖ ਫੌਜ ਹੋ ਗਈ, ਉਹਨਾਂ ਨੂੰ ਵੀ ਅੰਮ੍ਰਿਤ ਛਕਾਤਾ ਪੰਜਾਂ ਪਿਆਰਿਆਂ ਨੇ। ਅੱਜ ਤਾਂ ਕਹਿੰਦੇ ਆ ਨਾ ਵੀ ਇੰਨੇ ਸਿੰਘ ਹੋਣਗੇ ਫਿਰ ਅੰਮ੍ਰਿਤ ਛਕਾਵਾਂਗੇ। ਔਰ ਕਈ ਰਾਜ ਹੋਰ ਤਰ੍ਹਾਂ ਵੀ, ਕਈ ਗਿਣਤੀਆਂ ਮਿੰਤੀਆਂ, ਜਿੰਨੀਆਂ ਕੁ ਗਿਣਤੀਆਂ ਹੁਣ ਆਪਣੇ ਆ ਰਹੀਆਂ ਨੇ, ਮੇਰੇ ਖਿਆਲ ਉਨੀ ਆਪਣੀ ਕੌਮ ਵੀ ਹੈ ਨਹੀਂ ਕਿ ਜਿੰਨੀ ਕੁ ਗਿਣਤੀਆਂ ਕਈ ਵਾਰ ਆਪਣੇ ਹੁਣ ਸਿੰਘ ਸਾਰੇ ਤਾਂ ਦੇਣ ਡੈ ਪਏ ਆ। ਪਰ ਉਦੋਂ ਕਾਮਰੇਟਾਂ ਦਾ ਬੜਾ ਵੱਡਾ ਜ਼ੋਰ ਸੀ। ਔਰ ਕਾਮਰੇਟ ਇਹ ਗੱਲ ਕਹਿੰਦੇ ਸੀ ਕਿ ਜਿਹੜਾ ਝੋਨਾ ਲਾਈਏ ਨਾ, ਜੇ ਤਰਨ ਵਾਲੇ ਸਰੋਵਰ 'ਚ ਤਾਂ ਬੜਾ ਹੋਊਗਾ। ਅਤੇ ਸੰਤਾਂ ਨੂੰ ਕਹਿੰਦੇ ਆ ਵੀ ਇਹ ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਸਮਝਦੇ ਆ। ਸੰਤਾਂ ਨੇ ਕਿਹਾ ਹਾਂ ਮੈਂ ਠੇਕੇਦਾਰ, ਮੈਂ ਠੇਕਾ ਲਿਆ ਧਰਮ ਦਾ। ਔਰ ਉਸ ਟਾਈਮ 'ਤੇ ਸਿੱਖੀ ਦੀ ਗੱਲ ਕਰਨੀ ਬੜੀ ਔਖੀ ਸੀ। ਔਰ ਸਾਡੇ ਪਿੰਡ 'ਚ ਮੈਂ ਤੁਹਾਨੂੰ ਇਹ ਦੱਸਦਾ ਕਿ ਅਸੀਂ 2 ਭਰਾ ਸੀ, ਜਾਂ ਸਾਡੇ ਚਾਚੇ ਬਾਬੇ ਸੀ 2-4 ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ, ਅਤੇ ਸਾਨੂੰ ਲੋਕ ਮਖੌਲ ਨਾਲ ਬਾਬਾ ਜੀ ਕਹਿੰਦੇ ਸੀ। ਮੈਂ ਸਕੂਲ ਦੇ ਵਿੱਚ ਜੇ ਜਾਂਦਾ ਸੀ ਨਾ, ਅਤੇ ਸਾਨੂੰ ਕਈ ਵਾਰ ਕਸ਼ਹਿਰਿਆਂ ਵਾਲਿਓ, ਕੱਛਿਆਂ ਵਾਲਿਓ, ਕਈ ਵਾਰ ਮਤਲਬ ਬਾਬਾ ਜੀ ਕਹਿ ਕੇ। ਔਰ ਮੈਂ ਬੀੜਬਾ ਬੁੱਢਾ ਸਾਹਿਬ ਵੀ ਜਦੋਂ ਆਇਆ ਸੀ, ਮੈਂ BA ਇੱਥੋਂ ਬੀੜਬਾ ਬੁੱਢਾ ਸਾਹਿਬ ਤੋਂ ਕੀਤੀ ਹੈ, ਅਤੇ ਮੈਨੂੰ ਉਦੋਂ ਵੀ ਲੋਕ ਬਾਬਾ ਜੀ ਇਸ ਕਰਕੇ ਕਹਿੰਦੇ ਸੀ ਕਿ ਬਾਬਾ ਖੜਕ ਸਿੰਘ ਨੇ ਉਹ ਕਾਲਜ ਬਣਵਾਇਆ ਸੀ, ਬਾਬਾ ਸਤਿਕਾਰਯੋਗ ਬਾਬਾ ਖੜਕ ਸਿੰਘ ਸਾਹਿਬ ਜੀ ਨੇ। ਪਰ ਉੱਥੇ ਦਾੜੀ ਦੇ ਕੇਸ ਵਾਲਾ ਕਿਤੇ ਮੈਂ ਅਤੇ ਇੱਕ ਮੇਰਾ ਦੋਸਤ ਕੇਵਲ ਸਿੰਘ ਸੀ ਭੂਰਿਆਂ ਦਾ, ਦਾੜੀ ਕੇਸ ਵਾਲਾ ਬੰਦਾ ਕੋਈ ਨਹੀਂ, ਉਹ ਸਾਨੂੰ ਲੋਕ ਮਖੌਲ ਕਰਦੇ ਸੀ। ਸੋ ਉਸ ਟਾਈਮ 'ਤੇ ਜਦੋਂ ਲੋਕ ਸਿੱਖੀ ਨੂੰ ਮਖੌਲ ਕਰਦੇ ਸੀ, ਟਿੱਚਣਾ ਕਰਦੇ ਸੀ, ਤਾਂ ਉਸ ਟਾਈਮ 'ਤੇ ਜੇ ਕੋਈ ਸਿੱਖੀ ਦਾ ਨਧੜਕ ਹੋ ਕੇ ਕਿਸੇ ਨੇ ਪ੍ਰਚਾਰ ਕੀਤਾ, ਉਹ ਸੰਤ ਬਾਬਾ ਕਰਤਾਰ ਸਿੰਘ ਨੇ ਕੀਤਾ। ਅੱਜ ਤਾਂ ਸਿੱਖੀ ਦਾ ਪ੍ਰਚਾਰ ਕਰਨਾ ਕੋਈ ਮੇਰੇ ਖਿਆਲ ਕੋਈ ਬਹੁਤਾ ਔਖਾ ਨਹੀਂ ਗਾ ਰਹਿ ਗਿਆ। ਨਾਲੇ ਸਾਧਨ ਵੀ ਬੜੇ ਆ। ਮੈਂ ਸਮਝਦਾ ਹੁਣ ਸਾਧਨ ਹੋਣ ਦੇ ਬਾਵਜੂਦ ਵੀ ਡੇਰਿਆਂ 'ਚੋਂ ਜਿਹੜੇ ਆ ਨਾ ਪ੍ਰਚਾਰ ਕਰਨ ਵਾਲੇ ਲੋਕ ਘੱਟ ਨਿਕਲਦੇ ਆ। ਸੋ ਜਿਹੜੇ ਤੁਸੀਂ ਕਹਿੰਦੇ ਮੈਂ ਵੀ ਸੰਤਾਂ ਦੀ ਜੀਭ ਵਿੱਚ ਰਸਨਾ 'ਚ ਇੰਨਾ ਰਸ ਸੀ, ਮੈਂ ਤੁਹਾਨੂੰ 2 ਉਦਾਹਰਨਾਂ ਉਹਦੀਆਂ ਦੇਣੀਆਂ ਚਾਹੁੰਦਾ। ਇੱਕ ਤਾਂ ਮੇਰੇ ਮਾਮਾ ਜੀ ਲੱਗਦੇ ਸਨ ਉੱਥੇ ਆਪਣੇ ਭੈਣੀ ਮੱਸਾ ਸਿੰਘ ਤੋਂ। ਔਰ ਉਹ ਨਾਂ ਤਾਂ ਮੈਨੂੰ ਥੋੜ੍ਹਾ ਜਿਹਾ ਉਹਨਾਂ ਦਾ ਵਿਸਰ ਗਿਆ, ਹੁਣੇ ਆ ਜਾਊਗਾ। ਉਹ ਸਵਾਰ ਵੀ ਲੈਂਦੇ ਸੀ, ਸਿਗਰਟਾਂ ਵੀ ਪੀਂਦੇ ਸੀ। ਸਕਿਆਂ 'ਚੋਂ ਮਾਮਾ ਜੀ ਪਿੰਡ 'ਚ ਜਿਸ ਤਰ੍ਹਾਂ ਲੱਗਦੇ ਸੀ, ਗੁਰਬਖਸ਼ ਸਿੰਘ, ਬਾਬਾ ਗੁਰਬਖਸ਼ ਸਿੰਘ। ਉਹ ਜਦੋਂ ਸੰਤ ਭੈਣੀ ਗਏ ਨਾ, ਅਤੇ ਉਹ ਮਖੌਲ ਕਰਿਆ, ਗਿਆਨੀ ਆਇਆ, ਆਪਣੇ ਪਿੰਡ ਵਾਲਾ ਗਿਆਨੀ ਭਈਆ ਆ ਗਿਆ ਹੈ, ਕਾਲਾ ਬੋਲਦੇ ਹੁੰਦੇ ਸੀ। ਅਤੇ ਸੰਤਾਂ ਨੇ ਨਾ ਜਿੱਥੇ ਉਹ ਕਰਨ ਡਏ ਸੀ ਨਾ, ਆਪਣੇ ਖੇਡਣ ਡਏ ਸੀ ਤਾਸ਼,
ਤੇ ਪਰੇ ਸਿਗਰਟਾਂ ਤੇ ਹੋਰ ਪੀ। ਸੰਤਾਂ ਨੇ ਉੱਥੇ ਗੱਡੀ ਖਿਲਾਰ ਕੇ ਆਖਿਆ, ਉਹ ਗੁਰਬਖਸ਼ਿਆ, ਤੇ ਆਂਦਾ ਹਾਂਜੀ। ਕਹਿੰਦੇ ਉਹ ਕਥਾ ਸੁਣ ਆਣ ਕੇ, ਕਿੱਧਰ ਜੂਏ 'ਚ ਡਿੱਗਾ ਫਿਰਦਾ, ਤੇਰਾ ਜ਼ਿੰਦਗੀ ਜਿਹੜੀ ਆ ਕਿੱਧਰ ਹੋਈ ਫਿਰਦੀ ਆ। ਕਹਿੰਦਾ ਜੀ ਮੈਂ ਤੁਹਾਡੇ ਜੋਗਾ ਨਹੀਂ ਰਹਿ ਗਿਆ, ਮੈਂ ਗੁਰਦੁਆਰੇ ਆਉਣ ਜੋਗਾ ਨਹੀਂ ਹੈਗਾ ਜਿਹੋ ਜਿਹੇ ਮੇਰਾ ਜੀਵਨ ਆ। ਸੰਤਾਂ ਨੇ ਬਾਹਰ ਖਲੋ ਕੇ ਕਥਾ ਸੁਣ ਲਈ। ਉਹਨੇ ਕੀ ਕੀਤਾ, ਉੱਥੋਂ ਮੂੰਹ ਹੱਥ ਧੋ ਕੇ ਤੇ ਬਾਹਰ ਗੁਰਦੁਆਰੇ ਦੇ ਖਲੋ ਗਿਆ। ਉਹਨੇ ਕਥਾ ਸੁਣੀ ਔਰ ਉਹਨੇ ਸਾਰਾ ਕੁਝ ਸੁੱਟਤਾ ਉਸ ਟਾਈਮ 'ਤੇ। ਕਹਿੰਦਾ ਮੈਨੂੰ ਅੰਮ੍ਰਿਤ ਛਕਾਓ। ਅੰਮ੍ਰਿਤ ਛਕਿਆ ਉਹਨੇ, ਔਰ ਉਹਦਾ ਨਾਂ ਬਾਬਾ ਗੁਰਬਖਸ਼ ਸਿੰਘ ਟਿਕ ਗਿਆ। ਉਹ ਘੱਟੋ ਘੱਟ ਮੇਰੇ ਹੱਥ 10 ਵਾਰਾਂ ਸਾਈਕਲ 'ਤੇ ਹਜ਼ੂਰ ਸਾਹਿਬ ਗਿਆ ਹੋਣਾ। ਅਤੇ ਜਿਹਨੂੰ 5 ਗ੍ਰੰਥੀ ਔਰ ਸੁਖਮਨੀ ਸਾਹਿਬ ਦੇ ਘੱਟੋ ਘੱਟ ਬਹੁਤੇ ਨਹੀਂ, ਅਤੇ ਉਹ 5 ਪਾਠ ਰੋਜ਼ ਦੇ ਸੁਖਮਨੀ ਸਾਹਿਬ ਦੇ ਕਰਨ ਲੱਗ ਪਿਆ। ਉਹਨੂੰ ਬਾਬਾ ਗੁਰਬਖਸ਼ ਸਿੰਘ ਕਹਿਣ ਲੱਗ ਪਏ, ਜਿਹੜਾ ਏਡੇ ਜਿਹੜਾ ਜੀਵਨ ਪਈ ਇੱਕ ਬਚਨ ਨਾਲ ਉਹਨੂੰ ਆਵਾਜ਼ ਮਾਰੀ, ਉਹ ਗੁਰਬਖਸ਼ਾ ਹਾਂ, ਉਹਨੂੰ ਗੁਰਬਖਸ਼ਾ ਹੋਆ, ਗੁਰਬਖਸ਼ੋਂ ਬਣ ਗਿਆ ਬਾਅਦ 'ਚ। ਸੋ ਇਸੇ ਤਰ੍ਹਾਂ ਸਾਡੇ ਪਿੰਡ ਤੋਂ ਆਪਣੇ ਭਾਈ ਪ੍ਰੀਤਮ ਸਿੰਘ ਜੀ, ਜਿਹੜੇ ਇਸ ਵੇਲੇ ਬਹੁਤ ਗੁਣੀ ਗਿਆਨੀ ਨੇ, ਚੰਗੇ ਨੇ। ਪਹਿਲਾਂ ਉਹ ਸ਼ਰਾਬ ਪੀਂਦੇ ਸਨ ਜਾਂ ਮੀਟ ਖਾਂਦੇ ਸਨ, ਜਾਂ ਉਹਨਾਂ ਦੀ ਇਹੋ ਜਿਹੀ ਬਿਰਤੀ ਸੀ। ਜਦੋਂ ਸੰਤਾਂ ਨੇ ਉੱਥੇ ਅੜ ਕੇ ਕਥਾ ਕੀਤੀ ਅਤੇ ਉਹਨੇ ਸੁਣਿਆ, ਉਹਨੇ ਉਸ ਵੇਲੇ, ਉਹ ਸ਼ਾਮ ਦਾ ਮੌਕਾ ਸੀ, ਬੋਤਲ ਭੁਆ ਕੇ ਮਾਰ ਕੇ ਆਉਂਦਾ, ਮੈਂ ਤਾਂ ਸੰਤਾਂ ਦੇ ਨਾਲ ਜਾਣਾ। ਔਰ ਸੰਤਾਂ ਦੀ ਕਥਾ ਸੁਣੀ, ਔਰ ਕਥਾ ਸੁਣ ਕੇ ਸੰਤਾਂ ਦੀ, ਅਤੇ ਸੰਤਾਂ ਵਰਗਾ ਜੀਵਨ ਜਿਹੜਾ ਸੀ ਉਹਨਾਂ ਨੇ ਬਣਾ ਲਿਆ। ਔਰ ਇੱਕ ਨਹੀਂ, ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਜੇ ਚੇਂਜ ਕੀਤੀ, ਅਤੇ ਉਹ ਸੰਤ ਬਾਬਾ ਕਰਤਾਰ ਸਿੰਘ ਨੇ ਕੀਤੀ। ਉਹਦੇ ਇਹ ਤਲਵਾਰ ਨਾਲ ਨਹੀਂ, ਪ੍ਰਚਾਰ ਨਾਲ ਹੀ ਮਾਰ ਦਿਆਂਗੇ ਕਹਿੰਦੇ ਹੁੰਦੇ ਸੀ। ਔਰ ਉਹਨਾਂ ਦੇ ਪ੍ਰਚਾਰ 'ਚ ਇੰਨੀ ਕਸ਼ਿਸ਼ ਸੀ ਕਿ ਜਿਹੜਾ ਉਹਨਾਂ ਦਾ ਪ੍ਰਚਾਰ ਸੁਣ ਲੈਂਦਾ ਸੀ, ਔਰ ਉਹਨਾਂ ਦਾ ਦਗ ਕਰਦਾ ਚੜ੍ਹਦੇ ਸੂਰਜ ਵਰਗਾ ਚਿਹਰਾ, ਕਦੇ ਕੋਈ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦਾ ਸੰਤ ਕਰਤਾਰ ਸਿੰਘ ਜੀ ਦੇ। ਔਰ ਐਡੀ ਵੱਡੀ, ਕਿਉਂਕਿ ਗੁਰਬਾਣੀ ਦੀ ਸ਼ਕਤੀ, ਔਰ ਜਿਹੜੀ ਗੁਰਬਾਣੀ ਪੜ੍ਹਨ ਵਾਲਾ ਕੋਈ ਵੀ ਸਿੰਘ ਅੱਜ ਵੀ ਆ, ਉਹਦਾ ਚਿਹਰਾ ਜਿਹੜਾ ਖਿੜਿਆ, ਔਰ ਉਹਦਾ ਜਿਹੜਾ ਹੈਗਾ ਨਾ ਆਪਣਾ ਜੁੱਸਾ ਔਰ ਚਿਹਰਾ, ਉਹ ਚੜ੍ਹਦੇ ਸੂਰਜ ਵਰਗਾ ਹੁੰਦਾ, ਔਰ ਚੜ੍ਹਦੇ ਸੂਰਜ ਵਰਗਾ, ਔਰ ਮੱਘ ਵਰਗੀ ਆਵਾਜ਼ ਸੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ। ਬੜੀ ਚੜ੍ਹਦੀ ਕਲਾ ਵਾਲੀ ਆਵਾਜ਼ ਸੀ, ਔਰ ਉਹਨਾਂ ਨੇ ਕਈਆਂ ਦੇ ਔਰ ਹਜ਼ਾਰਾਂ ਬੰਦਿਆਂ ਦੇ ਜੀਵਨ ਜਿਹੜੇ ਸੀ ਉਹ ਬਦਲ ਸੇਵਾ ਸੰਤ ਕਰਤਾਰ ਸਿੰਘ ਜੀ 24 ਘੰਟੇ ਕਰਦੇ ਸਨ। ਉਹ ਤੋਂ ਬੜੇ ਮਹਾਂਪੁਰਸ਼ ਪ੍ਰਭਾਵ ਸਨ। ਔਰ 13 ਸਾਲਾਂ 'ਚ ਮੈਂ ਤੁਹਾਨੂੰ ਦੱਸਿਆ ਨਾ ਵੀ ਦੂਜੀ ਆਵਾਜ਼ ਨਹੀਂ ਉਹਨਾਂ ਵੱਜਣ ਦਿੱਤੀ। ਉਹਨਾਂ ਕਹਿਣਾ ਕਰਤਾਰ ਸਿੰਘ ਨੇ ਹਾਂਜੀ। ਜਦੋਂ ਇੱਕ ਰਾ ਬਲਾਕਾਂ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਬਲਾਕਾਂ ਦੇ ਵਿੱਚ ਥੋੜ੍ਹਾ ਜਿਹਾ ਬਿੰਦੀ ਟਿੱਪੀ ਕੰਨੇ ਦਾ ਜਿਹੜੇ ਕੋਈ ਪੈ ਗਿਆ ਸੀ ਫਰਕ, ਤਾਂ ਉਦੋਂ ਸੰਤ ਸਮਾਜ ਦੀ ਮੀਟਿੰਗ ਜਿਹੜੀ ਆ, ਸੰਤ ਬਾਬਾ ਫਤਿਹ ਸਿੰਘ ਅਤੇ ਸੰਤ ਬਾਬਾ ਚੰਨਣ ਸਿੰਘ ਹੁਣਾਂ ਦੇ ਟਾਈਮ 'ਤੇ ਸੱਦੀ ਗਈ ਸੀ। ਤਾਂ ਉਸ ਟਾਈਮ 'ਤੇ ਸਾਰਾ ਸੰਤ ਸਮਾਜ ਇਕੱਠਾ ਹੋਇਆ। ਉਹਨਾਂ ਨੇ ਕਿਹਾ ਜੀ ਇਹਦੀ ਸਦਾਈ ਦਾ ਕੰਮ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਕਰ ਸਕਦੇ ਆ, ਕਿਉਂਕਿ ਟਕਸਾਲ ਘੜੀਏ ਸ਼ਬਦ ਸੱਚੀ ਟਕਸਾਲ, ਵੀ ਇਹ ਕੰਨਾ ਬਿੰਦੀ ਔਂਕੜ ਦਲਾਇਆ ਕਿਹੜਾ ਜਮਕੀ, ਅਤੇ ਇਹ ਹਰ ਇੱਕ ਗੱਲ ਦਾ ਜੇ ਪਤਾ ਹੈ ਤਾਂ ਟਕਸਾਲ ਨੂੰ ਪਤਾ ਹੈ। ਉਹਨਾਂ ਨੇ ਉਸ ਟਾਈਮ 'ਤੇ ਉੱਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਡਿਊਟੀ ਲਾਈ ਗਈ, ਅਤੇ ਸੰਤ ਗੁਰਬਚਨ ਸਿੰਘ ਹੋਣਾ ਨੇ ਅੱਗੇ ਜਿਹੜੀ ਡਿਊਟੀ ਸੀ ਉਹ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਬਲਾਕਾਂ ਨੂੰ ਸ਼ੁੱਧ ਕਰਨ ਦੀ ਡਿਊਟੀ ਜਿਹੜੀ ਸੀ ਉਹ ਅੰਮ੍ਰਿਤਸਰ ਸਾਹਿਬ ਵਿੱਚ ਉਹਨਾਂ ਦੀ ਲਾਤੀ। ਔਰ ਇੱਥੇ 4-5 ਸਿੰਘ ਉਹਨਾਂ ਨੇ ਭੇਜੇ, ਜਿਹਦੀ ਸਦਾਈ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਹੂ ਬੂ, ਜਿਸ ਤਰ੍ਹਾਂ ਮਤਲਬ ਪਹਿਲੀ ਦਮਦਮੀ ਬੀੜ ਸੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਬੀੜ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਲਿਖਵਾਈ ਸੀ, ਉਹਦੇ ਉਸ ਬੀੜ ਨਾਲ ਸੰਬੰਧਿਤ ਜੋ ਵੀ ਮਤਲਬ ਇਹਦੇ 'ਚ ਹੈਗੀਆਂ ਸੀ ਨਾ, ਨਿੱਕੀਆਂ ਮੋਟੀਆਂ ਕੋਈ ਹੈਗੀਆਂ ਸੀ ਲਗਾ ਮਾਤਰਾ ਦੀਆਂ, ਉਹ ਸਾਰਾ 2.5-3 ਸਾਲ ਦੇ ਸਮੇਂ ਦੇ ਵਿੱਚ ਸੰਤਾਂ ਨੇ ਇੱਥੇ ਰਹਿ ਕੇ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਸੰਯੋਗ ਦੇ ਨਾਲ ਉਹ ਸਾਰੇ ਬਲਾਕ ਜਿਹੜੇ ਸਹੀ ਸ਼ੁੱਧ ਕਰਾਏ। ਤਾਂ ਉਹਦੀ ਖੁਸ਼ੀ ਵਿੱਚ ਵੀ ਸੰਤਾਂ ਨੇ ਜਦੋਂ ਇੱਥੇ ਅੰਮ੍ਰਿਤਸਰ ਸਾਹਿਬ ਆਏ, ਵਿਸਾਖੀ ਦੇ ਜਥਾ ਹਮੇਸ਼ਾ ਹੀ ਇੱਥੇ ਜਿਹੜਾ ਨਾ ਉਹ ਇੱਥੇ ਆਉਂਦਾ ਹੁੰਦਾ ਸੀ ਆਪਣੇ ਸੱਚਖੰਡ ਹਰਿਮੰਦਰ ਸਾਹਿਬ, ਅਤੇ ਇੱਥੇ ਹੀ ਆਪਣੇ ਦੀਵਾਨ ਨਾਲ ਮੰਜੀ ਸਾਹਿਬ ਜੀ ਸੰਤ ਕਥਾ ਕਰਦੇ ਹੁੰਦੇ ਸੀ। ਤਾਂ ਉਹ ਮੇਰੇ ਪਿਤਾ ਜੀ ਸੰਤ ਗੁਰਬਚਨ ਸਿੰਘ ਉਹਨਾਂ ਦੀ ਨਾ ਇੱਕ ਖੱਬੀ ਬਾਂਹ ਥੋੜ੍ਹੀ ਜਿਹੀ ਕਮਜ਼ੋਰ ਸੀ, ਉਹਨਾਂ ਨੂੰ ਬਾਂਹ ਫੜ ਕੇ ਚੱਲਦੇ ਹੁੰਦੇ ਸੀ, ਖੱਬੀ ਬਾਂਹ ਫੜ ਕੇ ਉਹਨਾਂ ਦੀ ਚੱਲਣਾ। ਤਾਂ ਉਸ ਟਾਈਮ 'ਤੇ ਜਦੋਂ ਬਾਂਹ ਫੜ ਕੇ ਉਹ ਪਹਿਲਾਂ ਤਾਂ ਮੱਥਾ ਟੇਕਿਆ, ਫਿਰ ਉੱਪਰ ਵੀ ਉਹ ਪਰਿਕਰਮਾ 13 ਪਰਿਕਰਮਾ ਕਰਦੇ ਹੁੰਦੇ ਸੀ ਉੱਤੇ, ਉਹ ਦੂਸਰੀ ਜਿਹੜੀ ਮੰਜ਼ਿਲ ਆ ਸੱਚਖੰਡ ਹਰਿਮੰਦਰ ਸਾਹਿਬ ਦੀ। ਅਤੇ ਤੁਰੇ ਜਾਂਦਿਆਂ ਉਹ ਕਹਿਣ ਲੱਗੇ ਕਰਤਾਰ ਸਿੰਘ ਟਕਸਾਲ ਦੀ ਜ਼ਿੰਮੇਵਾਰੀ ਤੈਨੂੰ ਦੇ ਦੇਣੀ ਆ। ਅਤੇ ਸੰਤ ਕੇਰਾਂ ਕਹਿਣ ਲੱਗੇ ਨਹੀਂ ਮੈਂ ਇੰਨੇ ਯੋਗ ਨਹੀਂ ਹੈਗਾ ਜੀ, ਇਹ ਤੁਸੀਂ ਕਿਰਪਾ ਕਰੋ ਮੈਨੂੰ ਉਸ ਤਰ੍ਹਾਂ ਹੀ ਸਿੱਖੀ ਦਾ ਦਾਨ ਬਖਸ਼ੋ, ਆਪਣੀ ਸਿੱਖੀ ਦੀ ਸੇਵਾ ਕਰ ਸਕਾਂ। ਸੋ ਉਦੋਂ ਵੀ ਉਹਨਾਂ ਨੇ ਬਚਨ ਜਿਹੜਾ ਹੈ ਉਸ ਟਾਈਮ 'ਤੇ ਵੀ ਕੀਤਾ ਸੀ।